ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 149 ਤੇ ਉੱਤੋਂ ਦੂਸਰੀ ਪੰਕਤੀ ਹੈ। ਸ਼ਲੋਕ ਮਹਿਲਾ ਪਹਿਲਾ। ਖਤਿਓਂ ਹਾਹੇ ਤੇ ਟਿੱਪੀ, ਖੱਖੇ ਦੇ ਪੈਰ 'ਚ ਬਿੰਦੀ। ਖਤਿਓਂ ਜੰਮੇ ਖਤੇ ਕਰਨ, ਤਾਂ ਖਤਿਆਂ ਵਿੱਚ ਪਾਹੀਂ। ਧੋਤੇ ਮੂਲ ਨ ਉਤਰੈ, ਜੇ 100 ਧੋਵਨ ਪਾਹੀਂ। ਨਾਨਕ ਬਖਸ਼ੇ ਬਖਸ਼ੀਐ, ਨਾਹੀਂ ਤਾਂ ਪਾਹੀਂ ਪਾਹੀਂ। ਖਤੇ ਫਾਰਸੀ ਦਾ ਸ਼ਬਦ ਹੈ ਪਾਪ, ਗਲਤੀਆਂ। ਖਤਿਓਂ ਜੰਮੇ, ਅਸੀਂ ਪੈਦਾ ਇਸ ਲਈ ਹੋਏ ਹਾਂ ਕਿ ਅਸੀਂ ਗਲਤੀਆਂ ਕੀਤੀਆਂ, ਉਹਨਾਂ ਦੀ ਸਜ਼ਾ ਭੋਗਣ ਹੁਣ ਇਸ ਸੰਸਾਰ 'ਤੇ ਆਏ ਹਨ। ਖਤਿਓਂ ਜੰਮੇ, ਪਾਪਾਂ ਕਾਰਨ ਪੈਦਾ ਹੋਏ। ਖਤੇ ਕਰਨ, ਇੱਥੇ ਆ ਕੇ ਮਨੁੱਖ ਫਿਰ ਪਾਪ ਕਰਦੇ ਨੇ, ਤਾਂ ਖਤਿਆਂ ਵਿੱਚ ਪਾਹੇ, ਫਿਰ ਪਾਪਾਂ 'ਚ ਮੁੜ ਕੇ ਪੈ ਜਾਂਦੇ ਨੇ। ਪਾਪਾਂ ਕਾਰਨ ਹੀ ਇੱਥੇ ਜੰਮੇ, ਇੱਥੇ ਰਹਿ ਕੇ ਫਿਰ ਪਾਪ ਕੀਤੇ ਅਤੇ ਪਾਪਾਂ ਦੇ ਵਿੱਚ ਹੀ ਫਿਰ ਪੈ ਗਏ। ਧੋਤੇ ਮੂਲ ਨਾ ਉਤਰੈ, ਸਰੀਰ ਧੋਣ ਨਾਲ ਇਹ ਪਾਪ ਨਹੀਂ ਲੈਂਦੇ। ਜੇ ਕੋਈ ਕਰ ਮੈਂ ਤੀਰਥ ਇਸ਼ਨਾਨ ਕਰ ਆਵਾਂ, ਮੈਂ ਜਿਹੜਾ ਸਰੋਵਰ 'ਚ ਜਾ ਕੇ ਇਸ਼ਨਾਨ ਕਰ ਆਵਾਂ, ਧੋਣ ਨਾਲ ਪਾਪ ਨਹੀਂ ਲੈਂਦੇ। ਜੇ 100 ਧੋਵਨ ਪਾਹੇ, ਜੇ ਕੋਈ 100 ਵਾਰੀ ਵੀ ਆਪਣੇ ਸਰੀਰ ਨੂੰ ਧੋਵੇ ਨਾ, ਇਹ ਧੋਣ ਨਾਲ ਪਾਪ ਨਹੀਂ ਲੈਂਦੇ। ਫਿਰ ਲੈਂਦੇ ਕਿਵੇਂ? ਨਾਨਕ ਬਖਸ਼ੇ ਬਖਸ਼ੀਐ। ਹਾਂ, ਜੇ ਪਰਮਾਤਮਾ ਬਖਸ਼ ਦੇਵੇ, ਮੁਆਫ ਕਰ ਦੇਵੇ, ਤਾਂ ਹੀ ਮਨੁੱਖ ਬਖਸ਼ੇ ਜਾ ਸਕਦੇ ਨੇ। ਨਾਹੀਂ ਤਾਂ ਪਾਹੀਂ ਪਾਹੀਂ। ਪਾਹੀਂ ਹੁੰਦੇ ਛਿੱਤਰ, ਜੁੱਤੀਆਂ। ਨਹੀਂ ਤੇ ਫਿਰ ਜੁੱਤੀਆਂ ਪੈਂਦੀਆਂ ਨੇ। ਜੇ ਰੱਬ ਨਹੀਂ ਨਾ ਬਖਸ਼ੇਗਾ ਤੇ ਫਿਰ ਜਿਹੜਾ ਹੈ ਜੁੱਤੀਆਂ ਪੈਂਦੀਆਂ ਨੇ। ਭਾਵ ਸਜ਼ਾ ਮਿਲਦੀ ਵੀ ਤੂੰ ਪਾਪ ਕੀਤੇ। ਮਹਿਲਾ ਪਹਿਲਾ। ਗੁਰੂ ਨਾਨਕ ਦੇਵ ਫਰਮਾਨ ਕਰਦੇ ਨੇ, ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਆਂ ਸੁਖ। ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਜਿੱਥੈ ਬੋਲਣ ਹਾਰੀਐ, ਤਿੱਥੈ ਚੰਗੀ ਚੁੱਪ। ਹੁਣ ਮਨੁੱਖ ਕਹਿੰਦਾ ਦੁੱਖ ਛੱਡ, ਵੀ ਮੈਨੂੰ ਦੁੱਖ ਨਾ ਮਿਲਣ। ਮੰਗੀਆਂ ਸੁੱਖ, ਸੁੱਖ ਮੰਗਦਾ ਹੈ। ਕਹਿੰਦੇ ਦੁੱਖਾਂ ਨੂੰ ਛੱਡ ਕੇ ਮਨੁੱਖ ਸੁੱਖ ਮੰਗਦਾ ਹੈ। ਪਰ ਇਸ ਤਰ੍ਹਾਂ ਕਰਨਾ, ਨਾਨਕ ਬੋਲਣ ਝਖਣਾ, ਇਹ ਬੋਲਣੇ ਵਿਅਰਥ ਹੈ। ਇਹ ਕਹਿਣੇ ਵਿਅਰਥ ਹੈ ਕਿ ਮੈਨੂੰ ਦੁੱਖ ਨਾ ਮਿਲਣ, ਮੈਨੂੰ ਸੁੱਖ ਮਿਲਣ। ਅਜਿਹਾ ਹੁੰਦਾ ਹੀ ਨਹੀਂ। ਸੰਸਾਰ 'ਚ ਕੋਈ ਐਸਾ ਬੰਦਾ, ਪੀਰ, ਪੈਗੰਬਰ, ਸਾਧੂ, ਫਕੀਰ, ਅਵਤਾਰ, ਗੁਰੂ, ਕੋਈ ਸੰਸਾਰ 'ਚ ਐਸਾ ਨਹੀਂ ਹੈ ਜਿਹਦੀ ਜ਼ਿੰਦਗੀ ਦੁੱਖ ਨਾ ਆਉਣ। ਕਿਉਂ ਦੁੱਖ ਆਉਂਦੇ ਨੇ? ਕਿਉਂ ਕਹਿੰਦੇ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਸੁੱਖ ਅਤੇ ਦੁੱਖ, ਇਹ ਦੋ ਪ੍ਰਕਾਰ ਦੇ ਕੱਪੜੇ ਸਾਨੂੰ ਪਰਮਾਤਮਾ ਦੇ ਦਰ ਤੋਂ ਮਿਲੇ ਨੇ। ਇਸ ਲਈ ਅਸੀਂ ਇਹਨਾਂ ਨੂੰ ਪਹਿਨਦੇ ਹਾਂ। ਕਦੇ ਦੁੱਖ ਦਾ ਕੱਪੜੇ ਪਾ ਲਏ, ਕਦੇ ਸੁੱਖ ਦੇ ਪਾ ਲਏ। ਇਸ ਲਈ ਕਹਿੰਦੇ ਜੇ ਕੋਈ ਇਹ ਸੋਚੇ ਨਾ ਵੀ ਮੈਨੂੰ ਦੁੱਖ ਨਾ ਮਿਲੇ, ਮੈਨੂੰ ਸੁੱਖ ਹੀ ਸੁੱਖ ਮਿਲਣ, ਕਹਿੰਦਾ ਐਸਾ ਮੰਗਣਾ ਜਾਂ ਬੋਲਣਾ ਹੀ ਵਿਅਰਥ ਹੈ। ਝਖਣਾ ਹੁੰਦਾ ਵਿਅਰਥ। ਦੁੱਖ ਸੁੱਖ ਦੇ ਆਉਣੇ ਹੀ ਆਉਣੇ ਨੇ ਜ਼ਿੰਦਗੀ 'ਚ। ਸਿਰਫ ਜਿਹੜੀ ਮਹਾਨ ਆਤਮਾ ਹੁੰਦੀਆਂ ਨੇ, ਉਹ ਦੁੱਖ ਸਹਿਣ ਦੀ ਸ਼ਕਤੀ ਮੰਗਦੇ ਨੇ। ਹੁਣ ਪਰ ਦੁੱਖ ਤੇ ਆਉਣੇ ਹੀ ਨੇ। ਉਹਨਾਂ ਦੁੱਖਾਂ ਨੂੰ ਉਹ ਸਹਿ ਸਕਣ ਖਿੜੇ ਮੱਥੇ। ਇਸ ਲਈ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਉਹ ਕਦੇ ਨਹੀਂ ਕਹਿੰਦੇ ਮੇਰੀ ਜ਼ਿੰਦਗੀ ਦੁੱਖ ਨਾ ਆਉਣ। ਉਹਨੂੰ ਪਤਾ ਵੀ ਸੁੱਖ ਅਤੇ ਦੁੱਖ ਹਰ ਇੱਕ ਦੀ ਜ਼ਿੰਦਗੀ 'ਚ ਪਰਮਾਤਮਾ ਲਿਖ ਕੇ ਭੇਜਦਾ। ਮੰਨ ਲਓ ਤੁਹਾਡੇ ਕੋਲ 2 ਹੀ ਸੂਟ ਨੇ, ਕੀ ਕਰੋਗੇ?
ਕਦੇ ਪਹਿਲਾ ਪਾਓਗੇ, ਫਿਰ ਉਹਨੂੰ ਧੋ ਕੇ ਫਿਰ ਦੂਜਾ ਪਾਓਗੇ, ਫਿਰ ਦੂਜੇ ਨੂੰ ਧੋ ਕੇ ਫਿਰ ਪਹਿਲਾ ਪਾਓਗੇ। ਇਸ ਤਰ੍ਹਾਂ ਅਸੀਂ ਘਰ ਵਾਰੀ ਕਰਦੇ ਰਹਿੰਦੇ ਹਾਂ। ਸੋ ਇਸ ਲਈ ਜੋ ਇੱਕ ਬੰਦਾ ਸੀ ਰੋਜ਼ ਗੁਰਦੁਆਰੇ ਜਾਂਦਾ ਸੀ, ਅੰਮ੍ਰਿਤ ਵੇਲੇ ਜਾਂਦਾ, ਉੱਥੇ ਪ੍ਰਕਾਸ਼ ਕਰਾਉਂਦਾ ਸੀ, ਸੇਵਾ ਕਰਦਾ ਸੀ, ਕੀਰਤਨ ਸੁਣਦਾ ਸੀ, ਕਿੰਨੇ ਮਹੀਨੇ ਕਰਦਾ ਰਿਹਾ। ਉਹਦਾ ਮੁੰਡਾ ਆਈਲੈਟਸ 'ਚੋਂ ਪਾਸ ਹੀ ਨਹੀਂ ਹੋਇਆ। ਕਹਿੰਦਾ ਮੇਰਾ ਜੀ ਕਰਦਾ ਮੈਂ ਗੁਰੂ ਗ੍ਰੰਥ ਨੂੰ ਅਗਲਾ ਦੇ। ਦੱਸੋ ਬਈ ਤੇਰੇ ਮੁੰਡੇ ਤੋਂ ਆਈਲੈਟਸ ਨਹੀਂ ਹੋਣ ਤੇ ਫਿਰ ਗੁਰੂ ਇੱਥੇ ਕੀ ਕਰੇ? ਗੁਰੂ ਨੇ ਠੇਕਾ ਲੈ ਰੱਖਿਆ ਨਲਾਇਕਾਂ ਨੂੰ ਪਾਸ ਕਰਾਉਂਦਾ ਹੈ। ਇੱਕ ਬੱਚਾ ਪੜ੍ਹਦਾ ਹੀ ਨਹੀਂ ਤੇ ਗੁਰੂ ਇੱਥੇ ਕੀ ਕਰੇਗਾ? ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਦਾ ਨੁਕਸ। ਜਦੋਂ ਚੇਲਿਆਂ 'ਚ ਨੁਕਸ ਹੈ ਤਾਂ ਉੱਥੇ ਗੁਰੂ ਕੀ ਕਰੇਗਾ? ਮੰਨ ਲਓ ਕਿ ਬੱਚਾ ਪੜ੍ਹਦਾ ਹੀ ਨਹੀਂ, ਟੀਚਰ ਉੱਥੇ ਕਿਆ ਕਰੇਗਾ? ਅਸੀਂ ਵੀ ਕਈ ਵਾਰੀ ਬੇਵੱਸ ਹੋ ਜਾਂਦੇ, ਵੀ ਜਾ ਦਫਾ ਹੋ। ਪਹਿਲਾਂ ਕੋਸ਼ਿਸ਼ ਕਰਦੇ ਹਾਂ ਕਿਸੇ ਨਾਲ ਪਿਆਰ ਨਾਲ, ਛਿੱਤਰਾਂ ਨਾਲ ਕਿਸੇ ਤਰ੍ਹਾਂ ਪੜ੍ਹ ਜਾਵੇ। ਜਦੋਂ ਅਸੀਂ ਦੇਖਦੇ ਕਿਸੇ ਤਰ੍ਹਾਂ ਵੀ ਲੋਟ ਨਹੀਂ ਆਉਂਦਾ, ਅਸੀਂ ਕਿਹਾ ਠੀਕ ਹੈ ਭਾਈ। ਫਿਰ ਅਸੀਂ ਉਹਨੂੰ ਬਹੁਤਾ ਨਹੀਂ ਨਾ ਝਿੜਕਦੇ ਹਾਂ, ਨਾ ਕੋਈ ਬਹੁਤਾ ਅਟੈਂਡ ਕਰਦੇ ਹਾਂ, ਆਪਣਾ ਕਲਾਸ ਨੂੰ ਪੜ੍ਹਾਉਂਦੇ ਰਹਿੰਦੇ ਹਾਂ। ਕਿਉਂਕਿ ਝਿੜਕਣ ਦੀ ਵੀ ਤਾਂ ਇੱਕ ਹੱਦ ਹੁੰਦੀ ਹੈ। ਕਿਉਂ? ਅਸੀਂ ਟੀਚਰ ਹਾਂ, ਸਾਡੀ ਇੱਕ ਹੱਦ ਹੈ। ਅਸੀਂ ਪੁਲਿਸ ਵਾਂਗੂ ਨਹੀਂ ਕਰ ਸਕਦੇ, ਉਹਨਾਂ ਦੀ ਕੋਈ ਹੱਦ ਨਹੀਂ। ਸਾਨੂੰ ਇੱਕ ਹੱਦ 'ਚ, ਇੱਕ ਲਿਮਟ 'ਚ ਰਹਿਣਾ ਪੈਂਦਾ। ਹੁਣ ਨਹੀਂ ਬੱਚਾ ਪੜ੍ਹਦਾ, ਕਿਆ ਕਰੀਏ? ਵੀ ਕਈ ਵਾਰ ਉਹਦੇ ਮਾਂ ਪਿਓ ਨੂੰ ਸੱਦਦੇ ਹਾਂ ਵੀ ਤੁਹਾਡਾ ਬੱਚਾ ਪੜ੍ਹਦਾ ਨਹੀਂ ਹੈ ਜੀ। ਵੀ ਦਿਮਾਗ ਹੈ, ਦੇਖੋ ਬੱਚੇ ਦਿਮਾਗ ਨਹੀਂ, ਫਿਰ ਤਾਂ ਗਿਲਾ ਹੀ ਕੋਈ ਨਹੀਂ। ਫਿਰ ਕਦਾ ਗਿਲਾ ਵੀ ਪਰਮਾਤਮਾ ਨੇ ਦਿਮਾਗ ਹੀ ਕੱਢ ਦਿੱਤਾ। ਦਿਮਾਗ ਹੈ ਪਰ ਉਹ ਲਾਪਰਵਾਹ ਹੈ। ਦੁੱਖ ਉਦੋਂ ਹੁੰਦਾ, ਦੁੱਖ ਮਾਂ ਪਿਓ ਦੇ ਟੀਚਰ ਨੂੰ ਉਦੋਂ ਹੁੰਦਾ ਹੈ ਕਿ ਇਹ ਪੜ੍ਹ ਸਕਦਾ ਹੈ ਪਰ ਇਹ ਪੜ੍ਹਦਾ ਨਹੀਂ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਵੀ ਸੁੱਖ ਅਤੇ ਦੁੱਖ ਇਹ ਜ਼ਿੰਦਗੀ 'ਚ ਆਉਣੇ ਹੀ ਆਉਣੇ ਨੇ। ਇਹਦੇ ਲਈ ਹਮੇਸ਼ਾ ਜ਼ਿੰਦਗੀ ਤਿਆਰ ਰਹਿਣਾ ਚਾਹੀਦਾ, ਹੌਸਲਾ ਨਹੀਂ ਛੱਡਣਾ ਚਾਹੀਦਾ। ਜੇ ਬੰਦਾ ਹੌਸਲਾ ਛੱਡ ਜਾਵੇ ਨਾ, ਕਈ ਵਾਰੀ ਦੁੱਖ ਸਹਿਣ ਨਹੀਂ ਹੁੰਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਬੰਦਾ ਲਗਾਤਾਰ ਦੁਖੀ ਹੋਣ ਕਰਕੇ ਉਕਤਾ ਜਾਂਦਾ ਵੀ ਇਹਦਾ ਤਾਂ ਮਰ ਜਾਣਾ ਹੀ ਠੀਕ ਹੈ। ਕਈ ਵਾਰੀ ਦੁਖੀ ਆਇਆ ਬੰਦਾ ਵੀ ਚਲੋ ਆਤਮ ਹੱਤਿਆ ਕਰ ਲਓ, ਦਫਾ ਵੀ ਇਹ ਖਹਿੜਾ ਛੁੱਟੇ। ਪਰ ਜੇ ਵਿਸ਼ਵਾਸ ਹੋ ਜੇ ਕਿ ਦੁੱਖ ਸੁੱਖ ਆਪਣੇ ਕਰਮਾਂ ਦੇ ਨੇ, ਵੀ ਭੋਗ ਲਓ ਭਾਈ, ਆਪਣੇ ਘਰ ਰੋ ਕੇ ਭੋਗ ਲਓ, ਹੱਸ ਕੇ ਭੋਗ ਲਓ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਇਹਦੇ ਭੋਗਣੇ ਪੈਣੇ ਨੇ। ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਮਾਤਾ ਭੋਲੀ ਜੀ ਬਹੁਤ ਬਿਮਾਰ ਹੋ ਗਏ, ਦੁੱਖ ਨਹੀਂ ਸਹਿ ਹੁੰਦਾ। ਆਪਣੇ ਪੁੱਤਰ ਅਤਰ ਸਿੰਘ ਜੀ ਨੂੰ ਕਹਿੰਦੇ ਵੀ ਪੁੱਤ ਮੇਰੇ ਲਈ ਅਰਦਾਸ ਹੀ ਕਰਦੇ, ਮੈਂ ਤੰਦਰੁਸਤ ਹੋ ਜਾ। ਉਹ ਕਹਿੰਦੇ ਮਾਤਾ ਜੀ ਦੇਖੋ, ਮੈਂ ਅਰਦਾਸ ਕਰ ਦੂੰਗਾ, ਤੁਸੀਂ ਤੰਦਰੁਸਤ ਵੀ ਹੋ ਜਾਵੋਗੇ, ਪਰ ਤੁਹਾਡਾ ਕਰਮ ਤੇ ਖੜਾ ਰਹਿ ਜਾਏਗਾ ਨਾ। ਜਿਹੜਾ ਕਰਮ ਤੁਸੀਂ ਭੋਗਣਾ ਉਹ ਖੜਾ ਰਹਿ ਜਾਣਾ। ਜਦ ਦੁਬਾਰਾ ਜਨਮ ਲਓਗੇ ਇਹੀ ਬਿਮਾਰੀ ਤੁਹਾਨੂੰ ਫਿਰ ਲੱਗ ਜਾਣੀ ਹੈ। ਇਹ ਲੱਗ ਜਾਣੀ ਕਿ ਉਹ ਕਰਮ ਤੇ ਖੜੇ ਨਾ। ਇਸ ਲਈ ਚੰਗਾ ਹੈ ਤੁਸੀਂ ਮੇਰੇ ਤੋਂ ਅਰਦਾਸ ਨਾ ਕਰੋ। ਦੰਦਾਂ ਹੇਠ ਜੀਭ ਦੇ ਕੇ ਔਖੇ ਸੌਖੇ ਇਸ ਦੁੱਖ ਨੂੰ ਸਹਿ ਲਓ। ਇਹ ਤੁਹਾਡਾ ਆਖਰੀ ਜਨਮ ਹੈ, ਫਿਰ ਤੁਹਾਨੂੰ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ। ਉਹ ਕਹਿੰਦੇ ਠੀਕ ਹੈ। ਅਤੇ ਫਿਰ ਕੁਝ ਮਹੀਨੇ ਤੋਂ ਬਾਅਦ ਜਿਵੇਂ ਫਿਰ ਕਿਸੇ ਅੱਗੇ ਸੀ ਨਹੀਂ ਕੀਤੀ, ਕੋਈ ਗਿਲਾ ਨਹੀਂ ਕੀਤਾ, ਦੁੱਖ ਸਹਿ ਲਿਆ। ਇੱਥੇ ਛੁੱਟ ਜਾਵਾਂਗੇ, ਇਹੀ ਕਰਮ ਅੱਗੇ ਚੱਲਦਾ ਰਹੇਗਾ। ਜਿੰਨਾ ਚਿਰ ਅਸੀਂ ਕਰਮ ਭੋਗ ਨਹੀਂ ਲੈਂਦੇ, ਕਰਮ ਤੋਂ ਸਾਡਾ ਖਹਿੜਾ ਨਹੀਂ ਛੁੱਟਦਾ। ਇਸ ਕਰਕੇ ਠੀਕ ਹੈ, ਯਤਨ ਕਰ। ਮੰਨ ਲਓ ਮੈਂ ਬਿਮਾਰ ਹੋ ਗਿਆ, ਇਹਦਾ ਮਤਲਬ ਇਹ ਨਹੀਂ ਕਿ ਮੈਂ ਹੁਣ ਬਿਮਾਰੀ ਨੂੰ ਭੋਗੀ ਹੀ ਜਾਵਾਂ। ਇਲਾਜ ਕਰਾਉਣਾ ਸਾਡਾ ਫਰਜ਼ ਹੈ, ਪਰ ਕਈ ਵਾਰੀ ਡਾਕਟਰ ਵੀ ਹੱਥ ਖੜ੍ਹੇ ਕਰ ਦਿੰਦੇ ਨੇ ਵੀ ਨਾ ਸਾਡੇ ਵੱਸ ਦਾ ਨਹੀਂ ਹੈ। ਕਈ ਵਾਰੀ ਕਹਿੰਦੇ ਮਰੀਜ਼ ਨੂੰ ਲੈ ਜਾਓ ਜੀ, ਉਹ ਹਸਪਤਾਲ 'ਚ ਵੀ ਰੱਖ ਕੇ ਰਾਜੀ ਨਹੀਂ ਹੁੰਦੇ, ਲੈ ਜਾਓ ਜੀ। ਕਈ ਸਾਲ ਅਗਰ ਮੇਰੇ ਕੋਲ ਬੰਦਾ ਆਇਆ ਆਪਣੇ ਤ੍ਰਿਪੜੀ ਦਾ,
ਕਹਿੰਦੇ ਬਾਬਾ ਜੀ ਮੇਰੀ ਘਰ ਵਾਲੀ ਨੂੰ ਨਾ ਸਿਰ 'ਚ ਕੈਂਸਰ ਹੋ ਗਿਆ, ਮੇਰਾ 22 ਲੱਖ ਰੁਪਈਆ ਲੱਗ ਗਿਆ, ਉਹ ਠੀਕ ਨਹੀਂ ਹੋਈ, ਚੀਕਾਂ ਮਾਰਦੀ, ਦਰਦ ਹੁੰਦਾ। ਹਸਪਤਾਲ ਕਹਿੰਦੇ ਨੂੰ ਲੈ ਜਾਓ। ਕਹਿੰਦਾ ਮੈਂ ਕਿਹਾ ਵੀ ਚਲੋ ਇੱਥੇ ਸਾਡੀ ਅੱਖਾਂ ਤੋਂ ਥੋੜ੍ਹਾ ਜਿਹਾ ਦੂਰ ਹੋਵੇਗੀ, ਠੀਕ ਹੈ ਵੀ ਤੁਸੀਂ ਤਾਂ ਪੈਸੇ ਲੈਣੇ ਰੱਖੀ ਰੱਖੋ। ਕਹਿੰਦੇ ਨਾ ਜੀ ਅਸੀਂ ਨਹੀਂ ਰੱਖਦੇ, ਇਹਨੂੰ ਲੈ ਜਾਓ ਜੀ। ਕਹਿੰਦੇ ਬਾਬਾ ਜੀ ਹੁਣ ਲੈ ਤੇ ਆਏ ਜਾਂ ਹਸਪਤਾਲ ਵਾਲੇ ਨਹੀਂ ਰੱਖਦੇ। ਮੈਂ ਹੁਣ ਤੂੰ ਚਾਹੁੰਦਾ ਕੀ ਹੈ ਭਰਾਵਾ? ਕਹਿੰਦਾ ਮੈਂ ਚਾਹੁੰਦਾ ਵੀ ਇਹਦੀ ਜਾਨ ਸੌਖੀ ਨਿਕਲੇ। ਮੈਂ ਦੇਖ ਮੈਂ ਇਹ ਤਾਂ ਨਹੀਂ ਕਹਿ ਸਕਦੀ ਜਾਨ ਨਿਕਲ ਜੇ, ਮੇਰੇ ਲਈ ਸਿਆਪਾ ਖੜਾ ਹੋ ਜਾਵੇ ਵੀ ਬਾਬਿਆਂ ਨੇ ਅਰਦਾਸ ਕਰਤੀ ਫਲਾਣੇ ਦੀ ਬੁੜੀ ਮਾਰਤੀ। ਮੈਂ ਕੋਈ ਪਤਾ ਨਹੀਂ ਲੋਕ ਕਿਸ ਪਾਸੇ ਨੂੰ ਲੈ ਜਾਣ। ਮੈਂ ਤਾਂ ਇਹ ਕਹਿ ਸਕਦਾ ਤੂੰ ਕੱਲ੍ਹ ਨੂੰ ਆਈ, ਮੈਂ ਅਰਦਾਸ ਕਰਾਂਗਾ ਫਲਾਣੇ ਰਾਮ ਦੀ ਮਨੋਕਾਮਨਾ ਪੂਰੀ ਹੋਵੇ। ਬਸ ਤੂੰ ਉਦੋਂ ਸੋਚ ਲਈ ਵੀ ਮੇਰੀ ਜਿਹੜੀ ਘਰ ਵਾਲੀ ਹੈ ਉਹਦੀ ਡੈਥ ਛੇਤੀ ਹੋ ਜਾਏ। ਮੈਂ ਇਹ ਤਾਂ ਕਰ ਸਕਦਾ ਵੀ ਤੁਹਾਡੀ ਮਨੋਕਾਮਨਾ ਪੂਰੀ ਹੋਵੇ। ਮੈਂ ਇੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਪਬਲਿਕ ਦੇ ਵਿੱਚ ਇਹ ਨਹੀਂ ਕਹਿ ਸਕਦਾ ਕਿ ਤੁਹਾਡੀ ਮਾਂ ਛੇਤੀ ਮਰ ਜਾਏ। ਇਹ ਨਹੀਂ ਹੋਏਗਾ, ਕਿਉਂਕਿ ਤਾਂ ਕੁਦਰਤੀ ਉਦੋਂ ਅਗਲੇ ਦਿਨ ਉਹਨਾਂ ਦੀ ਡੈਥ ਹੋ ਗਈ। ਸੋ ਕਈ ਵਾਰੀ ਦੁੱਖ ਨਹੀਂ ਸਹਿ ਹੁੰਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਹਸਪਤਾਲ ਵਾਲੇ ਵੀ ਜਵਾਬ ਦਿੰਦੇ ਨੇ, ਪਰ ਚਲੋ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਜਦੋਂ ਬਈ ਬੇਵਸ ਹੋ ਗਏ ਫਿਰ ਠੀਕ ਹੈ, ਫਿਰ ਇਹੀ ਸਮਝਣਾ ਹੁਣ ਕਰਮ ਭੋਗ ਕੇ ਖੜਾ ਛੁੱਟਣਾ। ਸੋ ਇਸ ਲਈ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿਣਗੇ। ਇਹ ਨਾ ਸੋਚੋ ਮੈਂ ਪਾਠ ਕਰਦਾ, ਮੈਂ ਕੀਰਤਨ ਕਰਦਾ, ਮੈਂ ਨਾਮ ਜਪਦਾ, ਮੈਂ ਕਥਾ ਕਰਦਾ, ਮੇਰੀ ਜ਼ਿੰਦਗੀ ਦੁੱਖ ਨਾ ਆਉਣ। ਐਸਾ ਨਹੀਂ ਹੁੰਦਾ। ਪੰਚਮ ਪਾਤਸ਼ਾਹ ਤੋਂ ਵੱਧ ਤੇ ਅਸੀਂ ਭਜਨ ਬੰਦਗੀ ਨਹੀਂ ਨਾ ਕਰ ਸਕਦੇ। ਕਿੱਡਾ ਵੱਡਾ ਦੁੱਖ ਹੈ, ਕਿੱਡਾ ਵੱਡਾ ਦੁੱਖ ਹੈ। ਉਹਦੀ ਮੈਂ ਕੱਲ੍ਹ ਇੱਕ ਉਦਾਹਰਣ ਵੀ ਦਿੱਤੀ ਕੱਲ੍ਹ ਕੇ ਪਰਸੋਂ। ਮੈਂ ਤੱਤੇ ਤਵੇ ਨੂੰ ਉਂਗਲੀ ਸਿਰਫ ਲਾਈ ਸੀ, ਪੋਟਾ 3 ਦਿਨ ਮੇਰਾ ਪੋਟਾ ਚਲੂੰ ਚਲੂੰ ਕਰਦਾ ਰਿਹਾ। ਮੈਂ ਧੰਨ ਉਹ ਸਨ ਜਿਹੜੇ ਘੰਟਿਆਂ ਬੱਧੀ ਤੱਤੀਆਂ ਤਵੀਆਂ 'ਤੇ ਬੈਠੇ ਰਹੇ ਅਤੇ ਤੱਤਾ ਰੇਤਾ ਸਿਰ 'ਚ ਪਾਉਂਦੇ ਰਹੇ। ਸੋ ਦੁੱਖ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੇ ਨੇ। ਇਹ ਨਹੀਂ ਸੋਚਣਾ ਕਿ ਮੈਂ ਨਾਮ ਜਪਦਾ ਜਾਂ ਮੈਂ ਸਤਸੰਗ ਕਰਦਾ, ਮੈਂ ਬਾਣੀ ਪੜ੍ਹਦਾ, ਮੇਰੀ ਜ਼ਿੰਦਗੀ ਦੁੱਖ ਨਹੀਂ ਹੋਣਾ ਚਾਹੀਦਾ। ਦੁੱਖ ਆਉਣਗੇ, ਇਹਦੇ ਲਈ ਤਿਆਰ ਰਹਿਣਾ, ਕਿਉਂਕਿ ਇਹ ਤਾਂ ਪਰਮਾਤਮਾ ਦਰ ਤੋਂ ਹੀ ਸਾਨੂੰ 2 ਕੱਪੜੇ ਮਿਲੇ ਹੋਏ ਨੇ, ਇਹਦੇ ਵਾਰੀ ਵਾਰੀ ਪਹਿਨਣੇ ਹੀ ਪਹਿਨਣੇ। ਚਾਹੇ ਸੰਤ ਬਣ ਕੇ ਆ ਜਾਓ, ਚਾਹੇ ਗੁਰੂ ਬਣ ਕੇ, ਚਾਹੇ ਸਧਾਰਨ ਬੰਦਾ ਆ ਜਾਓ। ਇੰਨੇ ਕਿਸੇ ਦੀ ਜ਼ਿੰਦਗੀ ਦੁੱਖ ਜ਼ਿਆਦਾ ਲਿਖੇ ਹੁੰਦੇ ਨੇ, ਕਿਸੇ ਦੀ ਜ਼ਿੰਦਗੀ ਦੁੱਖ ਘੱਟ ਲਿਖੇ ਹੁੰਦੇ ਨੇ। ਇਹ ਬਸ ਇੰਨਾ ਹੀ ਫਰਕ ਹੁੰਦਾ, ਪਰ ਦੁੱਖ ਅਤੇ ਸੁੱਖ ਦੋਨੋਂ ਲਿਖੇ ਹੁੰਦੇ ਨੇ। ਇਸ ਲਈ ਇਹ ਜ਼ਿੰਦਗੀ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਹੈ, ਕਿਉਂਕਿ ਜੇ ਅਸੀਂ ਮਾਨਸਿਕ 'ਤੇ ਤਿਆਰ ਨਹੀਂ ਅਤੇ ਦੁੱਖ ਆ ਜਾਏ ਫਿਰ ਸਾਡੇ ਤੋਂ ਸਹਿਣ ਨਹੀਂ ਹੁੰਦਾ। ਅਤੇ ਜੇ ਅਸੀਂ ਮਾਨਸਿਕ ਤੌਰ 'ਤੇ ਤਿਆਰ ਹਾਂ ਕਿ ਹਾਂ ਜ਼ਿੰਦਗੀ ਦੁੱਖ ਅਤੇ ਸੁੱਖ ਦੋਨੋਂ ਆਉਣੇ ਹੀ ਆਉਣੇ ਨੇ, ਜਦੋਂ ਪਰਮਾਤਮਾ ਲਿਖ ਕੇ ਹੀ ਭੇਜਦੇ ਨੇ, ਜਦੋਂ ਸਾਨੂੰ ਕੱਪੜੇ ਹੀ 2 ਦਿੱਤੇ ਨੇ ਪਰਮਾਤਮਾ ਨੇ ਪਾਉਣ ਨੂੰ, ਤਾਂ ਫਿਰ ਵਾਰੀ ਵਾਰੀ ਪਾਉਣੇ ਹੀ ਪੈਣੇ ਨੇ। ਇਸ ਲਈ ਮਾਨਸਿਕ ਤੌਰ 'ਤੇ ਦੁੱਖ ਲਈ ਤਿਆਰ ਰਹਿਣਾ ਚਾਹੀਦਾ। ਫਿਰ ਬੰਦਾ ਡਿਪਰੈਸ਼ਨ 'ਚ ਨਹੀਂ ਜਾਂਦਾ, ਛੇਤੀ ਆਤਮ ਹੱਤਿਆ ਨਹੀਂ ਕਰਦਾ, ਕਿਉਂਕਿ ਮਾਨਸਿਕ ਤੌਰ 'ਤੇ ਤਿਆਰ ਹੈ। ਜਿਵੇਂ ਕੋਈ ਬੰਦਾ ਕਾਫੀ ਦੇਰ ਦਾ ਆਪਣਾ ਬਿਮਾਰ ਹੈ, ਮਾਤਾ ਪਿਤਾ ਕੋਈ, ਆਪਾਂ ਨੂੰ ਹੁੰਦਾ ਵੀ ਇਹ ਨਹੀਂ ਬਚਦਾ, ਇਹਨੇ ਮਰਨਾ ਹੀ ਮਰਨਾ। ਇਸ ਲਈ ਜਦੋਂ ਉਹ ਮਰਦਾ ਹੈ ਅਸੀਂ ਬਹੁਤੇ ਦੁਖੀ ਨਹੀਂ ਹੁੰਦੇ, ਪਰ ਅਚਾਨਕ ਮਰ ਜੇ ਕਿੰਨਾ ਦੁੱਖ ਹੁੰਦਾ, ਕਿਉਂ ਸਾਨੂੰ ਜੇ ਉਮੀਦ ਸੀ ਵੀ ਉਹ ਜਵੇਗਾ, ਉਸ ਤੋਂ ਆਹ ਫਾਇਦਾ ਹੋਵੇਗਾ। ਜਦੋਂ ਬਿਮਾਰ ਹੋ ਗਿਆ ਅਸੀਂ ਮਾਨਸਿਕ ਤੌਰ 'ਤੇ ਹੌਲੀ ਹੌਲੀ ਤਿਆਰ ਹੋ ਜਾਂਦੇ ਵੀ ਇਹਨੇ ਨਹੀਂ ਬਚਣਾ, ਅੱਜ ਗਿਆ ਕੱਲ੍ਹ ਗਿਆ। ਅਸੀਂ ਮਾਨਸਿਕ ਤੌਰ 'ਤੇ ਤਿਆਰ ਹਾਂ, ਇਸ ਲਈ ਜਦੋਂ ਡੈਥ ਹੁੰਦੀ ਹੈ ਅਸੀਂ ਬਹੁਤਾ ਰੋਂਦੇ ਪਿੱਟਦੇ ਨਹੀਂ। ਪਰ ਜੇ ਅਚਾਨਕ ਹੋ ਜਾਏ ਤਾਂ ਫਿਰ ਦੁੱਖ ਹੁੰਦਾ ਹੀ ਹੁੰਦਾ, ਚਾਹੇ ਕੋਈ ਵੀ ਹੈ ਭਾਈ। ਇਸ ਲਈ ਅਤੇ ਜੇ ਅਸੀਂ ਪਹਿਲਾਂ ਹੀ ਤਿਆਰ ਹਾਂ ਕਿ ਜ਼ਿੰਦਗੀ ਦੁੱਖ ਆਉਣੇ ਹੀ ਆਉਣੇ ਨੇ, ਜੇ ਇਸ ਭੁਲੇਖੇ 'ਚ ਬੰਦਾ ਵੀ ਮੈਂ ਨਾਮ ਜਪਦਾ, ਮੈਂ ਬਾਣੀ ਪੜ੍ਹਦਾ, ਮੈਂ ਸਤਸੰਗ ਕਰਦਾ, ਮੇਰੀ ਜ਼ਿੰਦਗੀ ਦੁੱਖ ਨਹੀਂ ਆਵੇਗਾ, ਉਹ ਉਹਨੂੰ ਫਿਰ ਜ਼ਿਆਦਾ ਸਦਮਾ ਹੋਏਗਾ। ਤਾਂ ਹੀ ਉਸ ਬੰਦੇ ਨੇ ਕਿਹਾ ਕਿ ਮੇਰਾ ਜੀਅ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਦਾਂ। ਕਹਿੰਦਾ ਮੈਂ ਰੋਜ਼ ਸੇਵਾ ਕਰਦਾ ਸੀ ਗੁਰਦੁਆਰੇ ਜਾ ਕੇ ਅੰਮ੍ਰਿਤ ਵੇਲੇ ਹੈ, ਅਤੇ ਜਿਹੜਾ ਮੇਰਾ ਮੁੰਡਾ ਆਈਲੈਟਸ 'ਚੋਂ ਪਾਸ ਨਹੀਂ ਹੋਇਆ ਹੈ। ਦੱਸ ਇੱਥੋਂ ਤੱਕ ਬੰਦਾ ਆ ਜਾਂਦਾ ਗੱਲਾਂ। ਉਹ ਲੋਕ ਤਿਆਰ ਨਹੀਂ ਹੁੰਦੇ ਇਹਨਾਂ ਗੱਲਾਂ ਨੂੰ।
ਅਸੀਂ ਡਿੱਗਾ ਖੋਤੀ ਤੋਂ ਗੁੱਸਾ ਘੁਮਿਆਰਦੇ ਹਾਂ। ਪੜ੍ਹਿਆ ਆਪਣਾ ਜਵਾਕ ਨਹੀਂ ਤੇ ਗੁਰੂ ਗ੍ਰੰਥ ਨੂੰ ਸਾੜਨ ਨੂੰ ਤੁਰ ਪਿਆ। ਕਿੱਡਾ ਵੱਡਾ ਪਾਪ ਇਹ ਗੱਲ ਕਹਿਣੀ। ਸਿੱਖ ਲਈ ਇਹ ਗੱਲ ਕਹਿਣੀ ਕਿ ਮੇਰਾ ਜੀ ਕਹਦੇ ਮੈਂ ਗੁਰੂ ਗ੍ਰੰਥ ਆਪਣੇ ਗੁਰੂ ਨੂੰ ਸਾੜਦਾ ਹੈ। ਸਿੱਖ ਦੇਖੋ, ਸਿੱਖ ਦੇ ਮੂੰਹੋਂ ਨਿਕਲਣੀ ਮਾੜੀ ਗੱਲ ਹੈ। ਜਿਸ ਗੁਰੂ ਦਾ ਅਸੀਂ ਓਟ ਆਸਰਾ ਲੈਂਦੇ ਹਾਂ, ਜੇ ਸਾਡੇ ਇੱਕ ਕੰਮ ਨਹੀਂ ਹੋਇਆ ਤਾਂ ਇਹਦਾ ਮਤਲਬ ਥੋੜ੍ਹਾ ਵੀ ਮੇਰਾ ਕਹਿੰਦਾ ਮੇਰਾ ਜੀ ਕਹਦੇ ਮੈਂ ਗੁਰੂ ਨੂੰ ਸਾੜਦਾ। ਕਿੱਥੋਂ ਤੱਕ ਬੰਦਾ ਕਈ ਵਾਰੀ ਨਾ ਚਲਿਆ ਜਾਂਦਾ। ਸੋ ਤਾਂ ਬਾਣੀ ਕਹਿੰਦੀ ਹੈ ਕਿ ਭਾਈ ਜਿਹੜਾ ਦੁੱਖ ਨੂੰ ਛੱਡ ਕੇ ਸਿਰਫ ਤੇ ਸਿਰਫ ਸੁੱਖ ਮੰਗਦਾ ਹੈ, ਉਹ ਤਾਂ ਸਮਝੋ ਝੱਖਾਂ ਮਾਰ ਰਿਹਾ ਹੈ। ਬੋਲਣ ਝੱਖਣਾ, ਉਹਦੇ ਤਾਂ ਬੋਲਣਾ ਇਹ ਗੱਲ ਕਹਿਣੀ ਫਜ਼ੂਲ। ਦੁੱਖਾਂ ਨੇ ਆਉਣਾ ਹੀ ਆਉਣਾ, ਸੁੱਖਾਂ ਨੇ ਵੀ ਆਉਣਾ ਹੀ ਆਉਣਾ। ਅੱਗੇ ਕਹਿੰਦੇ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ। ਜਿੱਥੇ ਬੋਲਣ ਨਾਲ ਹਾਰ ਹੁੰਦੀ ਹੋਵੇ ਤਾਂ ਚੁੱਪ ਰਹਿਣੀ ਠੀਕ ਹੁੰਦਾ, ਚੁੱਪ ਰਹਿਣਾ। ਪਰਮਾਤਮਾ ਅੱਗੇ ਬੋਲਣ ਨਾਲ ਸਾਡੀ ਹਾਰ ਹੀ ਹਾਰ ਹੋਣੀ ਹੈ। ਇਸ ਲਈ ਜੋ ਕਰ ਰਿਹਾ ਠੀਕ ਹੈ, ਬਸ ਉਹਦੀ ਰਜ਼ਾ 'ਚ ਰਹਿਣਾ। ਯਤਨ ਕਰਨਾ ਸਾਡਾ ਫਰਜ਼ ਹੈ। ਨਹੀਂ ਸਾਡੇ ਯਤਨਾਂ ਨੂੰ ਫਲ ਲੱਗ ਰਿਹਾ ਤਾਂ ਇਹਦਾ ਮਤਲਬ ਫਿਰ ਸਾਡਾ ਕੋਈ ਐਸਾ ਪਿਛਲਾ ਕਰਮ ਹੈ ਨਾ ਜਿਹੜਾ ਉਹ ਫਲ ਨਹੀਂ ਲੱਗਣ ਦੇ ਰਿਹਾ। ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਅਲਖ ਸਿਰਜ ਨਿਹਾਲਿਆ। ਉਜੜ ਭੁੱਲੇ ਰਾਹ ਗੁਰ ਦੇਖ ਵੇਖਾਲਿਆ, ਸਤਿਗੁਰ ਸੱਚੇ ਵਾਹ। ਇਹਨੂੰ ਵਾਹੋ ਨਹੀਂ ਪੜ੍ਹਨਾ। ਵਾਹ ਅਰਬੀ ਭਾਸ਼ਾ ਦਾ ਸ਼ਬਦ ਹੈ, ਫਾਰਸੀ ਦਾ ਵੀ ਨਹੀਂ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਉਚਾਰਨ ਹੈ ਵਾਹ। ਵਾਹ ਦਾ ਮਤਲਬ ਧੰਨ। ਜੇ ਆਪਾਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਧੰਨ ਗੁਰੂ। ਉਹ ਫਿਰ ਇੱਕ ਵਾਰੀ ਵਾਹੋ ਚੱਲ ਪਿਆ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਫਿਰ ਅੱਗੇ ਅੱਗੇ ਚੱਲ ਪੈਂਦਾ ਉਹ। ਜਿਵੇਂ ਆਪਣੇ ਚੜ੍ਹ ਗਿਆ ਸੱਜਣ ਸੱਚਾ ਪਾਤਸ਼ਾਹ, ਇੱਥੇ ਤਾਂ ਅਸੀਂ ਪਾਤਸ਼ਾਹ ਕਹਿੰਦੇ ਹਾਂ, ਹਾਲਾਂਕਿ ਔਂਕੜ ਲੱਗਾ ਹੋਇਆ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ, ਫਿਰ ਜਾ ਕੇ ਨਿਸ਼ਾਓ ਵੀ ਜੋ ਪਹਿਲਾਂ ਫਿਰ ਜਾਂ ਉੱਥੇ ਕੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ। ਹੁਣ ਸ਼ਾਹੋ ਫਾਰਸੀ ਦਾ ਸ਼ਬਦ ਹੈ, ਔਂਕੜ ਹੁੰਦਾ ਹੀ ਨਹੀਂ। ਫਾਰਸੀ 'ਚ ਔਂਕੜ ਬੋਲਿਆ ਹੀ ਨਹੀਂ ਜਾਂਦਾ, ਇਸ ਲਈ ਤੁਸੀਂ ਉਸ ਨੂੰ ਸ਼ਾਹੋ ਨਹੀਂ ਬੋਲ ਸਕਦੇ, ਗਲਤ ਹੋ ਜਾਏਗੀ ਫਾਰਸੀ। ਫਾਰਸੀ 'ਚ ਉਚਾਰਨ ਹੈ ਸ਼ਾਹ। ਹਿੰਦੀ ਦਾ ਸ਼ਬਦ ਹੈ ਸਾਹੋ। ਜੋ ਸ਼ਾਹ ਦਾ ਅਰਥ ਹੈ ਫਾਰਸੀ 'ਚ, ਉਹ ਹਿੰਦੀ 'ਚ ਸਾਹੋ। ਹਿੰਦੀ ਸਾਹੋ ਹੈ, ਪਰ ਉਹ ਅੱਗੇ ਇਹ ਤਾਂ ਠੀਕ ਹੈ, ਇਹ ਤਾਂ ਹਿੰਦੀ ਦਾ ਠੀਕ ਹੈ ਸਾਹੋ, ਪਰ ਉਹ ਜਿਹੜਾ ਵਿਸਾਹੋ ਹੈ ਉਹ ਨਾ ਹਿੰਦੀ ਦਾ ਨਾ ਪੰਜਾਬੀ ਦਾ ਰਿਹਾ, ਉਹ ਹੈ ਵਿਸਾਹ ਵਿਸ਼ਵਾਸ। ਸੋ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹ। ਐਂ ਕਹਿਣਾ ਚਾਹੀਦਾ। ਅਸਲ ਉਚਾਰਨ ਹੈ ਇਹ ਫਾਰਸੀ ਦੇ ਉਚਾਰਨ ਹੈ, ਪਰ ਇਹ ਇੰਨਾ ਪ੍ਰਚਲਿਤ ਹੋ ਗਿਆ ਵਿਸਾਹੋ ਕਿ ਭਾਵੇਂ ਯਾਦ ਵੀ ਬੰਦੇ ਨੂੰ ਹੋਵੇ ਇਹਨੂੰ ਆਹ ਬੋਲਣਾ, ਫਿਰ ਉਹਦੇ ਮੂੰਹ ਧੱਕੇ ਨਾਲ ਨਿਕਲ ਜਾਂਦਾ, ਧੱਕੇ ਨਾਲ ਨਿਕਲ ਜਾਂਦਾ। ਕਿਉਂ ਮੂੰਹ 'ਤੇ ਚੜ੍ਹ ਗਏ ਨਾ ਇੰਨਾ ਜ਼ਿਆਦਾ। ਇਹ ਸ਼ਬਦ ਇੰਨਾ ਜ਼ਿਆਦਾ ਕਿਉਂ? ਸਾਰੇ ਲੋਕ ਹੁਕਮਨਾਮੇ ਤੋਂ ਪਹਿਲਾਂ ਆਮ ਤੌਰ ਪੜ੍ਹੇ ਜਾਂਦੇ ਸਾਰੇ ਸਾਰੇ ਲੋਕ। ਜੇ ਮੰਨ ਲਓ ਤੁਸੀਂ ਵਿਸਾਹ ਬੋਲੋਗੇ ਵੀ ਤਾਂ ਸੰਗਤ ਵਿੱਚ ਵਿਸਾਹ ਬੋਲ ਦਿੰਦੀ ਹੈ, ਤੁਹਾਨੂੰ ਤਾਂ ਸੁਣਦਾ ਹੀ ਨਹੀਂ ਕੋਈ, ਉਹਨਾਂ ਦੇ ਮੂੰਹ ਚੜ੍ਹਿਆ ਹੋਇਆ ਬੋਲ ਦਿੰਦੇ ਨੇ। ਕਈ ਸ਼ਬਦ ਫਿਰ ਮੂੰਹ ਚੜ੍ਹ ਜਾਂਦੇ ਨੇ, ਹੋਰ ਤਾਂ ਕੋਈ ਗੱਲ ਨਹੀਂ। ਸੋ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਸੱਚੇ ਵਾਹ, ਸੱਚ ਸੰਭਾਲਿਆ ਪਾਇਆ ਰਤਨ ਘਰਾਹੋਂ। ਜਦੋਂ ਦੇ ਘਰ ਤੋਂ ਜਾਂ ਘਰ ਵਿੱਚੋਂ, ਸਕੂਲੋਂ, ਦਫ਼ਤਰੋਂ ਜਦੋਂ ਪੜ੍ਹ ਰਹੇ ਉਦੋਂ ਫਿਰ ਔਂਕੜ 'ਤੇ ਟਿੱਪੀ ਲੱਗਦੀ ਉਦੋਂ। ਪਾਇਆ ਰਤਨ ਘਰਾਹੋਂ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ। ਨੇ ਡਰਿਆਂ ਡਰ ਲੱਗ ਗਰਭ ਸੇ ਗਾਲਿਆ। ਨਾਮੋਂ ਜਿਵੇਂ ਨਾਮ ਤੋਂ, ਨਾਮੋਂ ਭੁੱਲਾ ਜਗ ਫਿਰੈ ਬੇਤਾਲਿਆ।
ਸੋ ਗੁਰੂ ਮਹਾਰਾਜ ਕਹਿੰਦੇ ਚਾਰੇ ਕੁੰਡਾਂ ਦੇਖ, ਮੈਂ ਚਾਰੇ ਦਿਸ਼ਾਵਾਂ 'ਚ ਦੇਖ ਲਿਆ, ਨਹੀਂ ਰੱਬ ਮਿਲਦਾ। ਫਿਰ ਕੀਤਾ, ਅੰਦਰ ਪਾ ਲਿਆ, ਫਿਰ ਉਹਨੂੰ ਅੰਦਰ ਲੱਭਿਆ। ਪਹਿਲਾਂ ਬਾਹਰ ਕੋਸ਼ਿਸ਼ ਕਰਦੇ ਰਹੇ। ਪੁਰਾਣੇ ਜ਼ਮਾਨੇ 'ਚ ਬਾਹਰੋਂ ਹੀ ਕੋਸ਼ਿਸ਼ ਕੀਤੀ ਜਾਂਦੀ ਸੀ ਬਈ ਬਾਹਰ ਹੈ, ਇਸ ਲਈ ਜੰਗਲਾਂ 'ਚ ਜਾਇਆ ਜਾਂਦਾ ਸੀ, ਪਹਾੜਾਂ 'ਤੇ ਜਾਇਆ ਜਾਂਦਾ ਸੀ। ਉਹ ਉਹਦਾ ਵਿਸ਼ਵਾਸ ਸੀ ਕਿ ਪਰਿਵਾਰ 'ਚ ਰਹਿ ਕੇ ਪਰਮਾਤਮਾ ਨਹੀਂ ਮਿਲਦਾ। ਇਹ ਤਾਂ ਸਾਡੇ ਭਗਤਾਂ ਅਤੇ ਗੁਰੂਆਂ ਨੇ ਕਿਰਪਾ ਕੀਤੀ ਕਿ ਪਰਮਾਤਮਾ ਤਾਂ ਤੁਹਾਡੇ ਅੰਦਰ ਹੈ। ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਬੇਲਿਆਂ ਜਾਣ ਦੀ ਲੋੜ ਨਹੀਂ, ਉਹ ਤਾਂ ਤੁਹਾਡੇ ਅੰਦਰ ਬੈਠੇ। ਅਤੇ ਜਿਹੜੀ ਚੀਜ਼ ਅੰਦਰ ਹੈ ਉਹ ਅੰਦਰੋਂ ਹੀ ਮਿਲੇਗੀ ਨਾ। ਜਿਹੜੇ ਬਾਹਰ ਵੀ ਚਲੇ ਗਏ ਉਹਨਾਂ ਨੂੰ ਵੀ ਅੰਦਰੋਂ ਹੀ ਮਿਲਿਆ, ਠੀਕ ਹੈ। ਜਿਹੜੇ ਬਾਹਰ ਵੀ ਚਲੇ ਗਏ, ਜੰਗਲਾਂ ਦੇ ਵਿੱਚ ਵੀ ਚਲੇ ਗਏ, ਪਹਾੜਾਂ ਦੀ ਕੰਦਰਾਂ 'ਚ ਵੀ ਚਲੇ ਗਏ, ਉਹਨਾਂ ਨੂੰ ਜਦੋਂ ਪਰਮਾਤਮਾ ਮਿਲਿਆ ਆਪਣੇ ਅੰਦਰੋਂ ਹੀ ਮਿਲਿਆ ਅੰਦਰੋਂ ਹੀ। ਇਸ ਲਈ ਗੁਰੂ ਮਹਾਰਾਜ ਜਦੋਂ ਅੰਦਰੋਂ ਹੀ ਮਿਲਣਾ, ਫਿਰ ਬਾਹਰ ਭਟਕਣ ਦੀ ਕੀ ਲੋੜ। ਆਪਣੇ ਪਰਿਵਾਰ 'ਚ ਰਹੋ। ਬਾਹਰ ਰਹੋਗੇ ਤਾਂ ਤੁਹਾਨੂੰ ਮੰਗ ਕੇ ਖਾਣਾ ਪਏਗਾ, ਮੰਗ ਕੇ ਪਹਿਨਣਾ ਪਏਗਾ। ਹਰ ਘਰ ਰੋਟੀ ਤਾਂ ਚਾਹੀਦੀ ਨਾ, ਕੱਪੜਾ ਵੀ ਚਾਹੀਦਾ। ਫਿਰ ਸਵੇਰੇ ਠੂਠਾ ਜਿਹਾ ਚੱਕ ਕੇ ਅਲੱਖ ਨਿਰੰਜਨ ਗ੍ਰਸਤੀਆਂ ਤੋਂ ਮੰਗਣ ਆ ਗਏ। ਜੇ ਗ੍ਰਸਤੀਆਂ ਤੋਂ ਹੀ ਮੰਗਣਾ ਹੈ ਫਿਰ ਉਹ ਗ੍ਰਸਤੀ ਹੋ ਜਾਓ, ਫਿਰ ਜ਼ਰੂਰੀ ਘਰ ਬਾਹਰ ਛੱਡਣਾ। ਜੇ ਘਰ ਵਾਲਿਆਂ ਤੋਂ ਹੀ ਮੰਗਣ ਜਾਣਾ, ਫਿਰ ਆਪ ਹੀ ਘਰ ਵਾਲੇ ਹੋ ਜਾਓ, ਫਿਰ ਕੀ ਲੋੜ ਹੈ ਘਰ ਬਾਹਰ ਛੱਡਣ। ਸੋ ਲੇਟੈਸਟ ਫਿਲਾਸਫੀ ਧਰਮ ਦੀ ਜਿਹੜੀ ਗੁਰੂ ਮਹਾਰਾਜ ਸਾਡੇ ਅੱਗੇ ਪੇਸ਼ ਕੀਤੀ, ਸਾਰੇ ਜੀਵਨ ਨੂੰ ਸੌਖੀ ਕਰ। ਨਹੀਂ ਪਹਿਲਾਂ ਭਜਨ ਬੰਦਗੀ ਵਾਲੇ ਤੁਸੀਂ ਪੜ੍ਹਦੇ ਸੁਣਦੇ ਕਥਾਵਾਂ, ਕਿੰਨਾ ਔਖਾ ਸੀ ਉਹਨਾਂ ਦਾ ਜੀਵਨ। ਜੰਗਲਾਂ ਵੇਲਿਆਂ ਜਾਣਾ ਹੈ, ਫਲ ਫੁੱਲ ਜੜੀਆਂ ਬੂਟੀਆਂ ਖਾ ਕੇ ਗੁਜ਼ਾਰਾ ਕਰਨਾ ਹੈ, ਨੰਗੇ ਰਹੀ ਜਾਣਾ, ਕੱਪੜਾ ਕੋਈ ਨਹੀਂ, ਗਰਮੀਆਂ ਸਰਦੀਆਂ ਸਹਿਣੀਆਂ ਨੇ। ਕੋਈ ਪੁੱਠਾ ਲਟਕ ਰਿਹਾ, ਕੋਈ ਇੱਕ ਲੱਤ 'ਤੇ ਖੜ੍ਹਾ, ਕੋਈ ਬਾਹਾਂ ਉੱਪਰ ਨੂੰ ਕਰਕੇ ਖੜ੍ਹਾ, ਕੋਈ 100 ਘੜਾ ਠੰਡੇ ਪਾਣੀ ਦਾ ਪਾ ਰਿਹਾ, ਕੋਈ ਧੁੱਪੇ ਬੈਠਾ, ਕੋਈ ਕੁਛ। ਗੁਰੂਆਂ ਅਤੇ ਭਗਤਾਂ ਨੇ ਜੀਵਨ ਬਿਲਕੁਲ ਆਸਾਨ ਕਰਦਾ। ਜੇ ਤਾਂ ਸਿੱਖਾਂ ਦੇ ਵਿੱਚੋਂ ਕਿਸੇ ਨੂੰ ਪਰਮਾਤਮਾ ਨਾ ਮਿਲਦਾ, ਫਿਰ ਤਾਂ ਗੱਲ ਹੋਰ ਸੀ ਵੀ ਨਹੀਂ, ਵੀ ਇਹ ਫਿਲਾਸਫੀ ਠੀਕ ਨਹੀਂ। ਸੈਂਕੜੇ ਹੁਣ ਤੱਕ ਜਿਹੜੇ ਨੇ ਸਿੱਖ ਕੌਮ 'ਚ ਬ੍ਰਹਮ ਗਿਆਨੀ ਹੋਏ, ਔਰ ਏਡੇ ਵੱਡੇ ਜਿਹੜੇ ਸ਼ਹੀਦ ਹੋਏ ਵੀ ਕਹਿਣਾ ਮੁਸ਼ਕਿਲ ਬਹੁਤ। ਇਹ ਸਾਰੇ ਨਾਮ ਜਪ ਕੇ ਹੋਏ। ਸੋ ਇਸ ਲਈ ਘਰ ਰਹਿ ਕੇ ਵੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਅੰਦਰ ਹੀ ਪਰਮਾਤਮਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਚਾਰੇ ਕੁੰਡਾਂ ਦੇਖ ਅੰਦਰ ਪਾ ਲਿਆ, ਚਾਰੇ ਦਿਸ਼ਾਵਾਂ 'ਚ ਵੇਖ ਲਿਆ ਮੈਂ, ਫਿਰ ਉਹਨੂੰ ਅੰਦਰ ਲੱਭਿਆ। ਸੱਚੇ ਪੁਰਖ ਅਲਖ ਸਿਰਜਣਹਾਰੇ, ਸੱਚੇ ਪੁਰਖ ਪਰਮਾਤਮਾ ਨੇ ਜੋ ਅਲਖ ਹੈ। ਅਲਖ ਹੁੰਦਾ ਜੋ ਦਿਖਾਈ ਨਹੀਂ ਦਿੰਦਾ ਅਤੇ ਜੋ ਸਾਡੀ ਸਮਝ ਤੋਂ ਪਰੇ ਹੈ। ਪਰਮਾਤਮਾ ਸਾਡੀ ਸਮਝ 'ਚ ਆਉਣ ਵਾਲੀ ਚੀਜ਼ ਨਹੀਂ ਹੈ, ਕਿਉਂ ਉਹ ਬੇਅੰਤ ਹੈ, ਸਾਡਾ ਅੰਤ ਹੈ। 30 ਡਿਗਰੀ ਦਾ ਕੋਣ ਹੈ, ਉਹ 90 ਡਿਗਰੀ ਵਾਲੇ ਨੂੰ ਨਹੀਂ ਜਾਣਦਾ, ਉਹ ਤਾਂ ਬਸ 30 ਡਿਗਰੀ ਤੱਕ ਹੀ ਉਹ। ਹਾਂ 180 ਡਿਗਰੀ ਵਾਲਾ ਕੋਣ, 170 160 ਇਸ ਨੂੰ ਤਾਂ ਜਾਣ ਸਕਦਾ, 30 ਵਾਲਾ ਕਿਵੇਂ ਜਾਣੇਗਾ 90 ਜਾਂ 120 ਡਿਗਰੀ ਨੂੰ। ਸਾਡਾ ਅਸੀਂ ਲਿਮਟ ਦੇ ਵਿੱਚ ਹਾਂ, ਪਰਮਾਤਮਾ ਲਿਮਟਲੈਸ ਹੈ, ਇਸ ਲਈ ਅਸੀਂ ਉਹਨੂੰ ਟੋਟਲ ਨਹੀਂ ਸਮਝ ਸਕਦੇ, ਨਾ ਉਹਨੂੰ ਸਾਰੇ ਨੂੰ ਵੇਖ ਸਕਦੇ ਹਾਂ, ਨਾ ਉਸ ਸਾਰੇ ਨੂੰ ਸਮਝ ਸਕਦੇ। ਇਸ ਲਈ ਉਹ ਅਲਖ ਹੈ, ਸਿਰਜ ਉਹਨੇ ਸਾਰੀ ਸ੍ਰਿਸ਼ਟੀ ਸਿਰਜੀ ਹੈ, ਨਿਹਾਲਿਆ ਉਹੀ ਸਾਰਿਆਂ ਨੂੰ ਵੇਖ ਰਿਹਾ ਹੈ। ਜਿਹੜਾ ਪਰਮਾਤਮਾ ਹੈ, ਜੋ ਅਦ੍ਰਿਸ਼ਟ ਹੈ, ਜੋ ਸਾਡੀ ਸਮਝ ਤੋਂ ਪਰੇ ਹੈ, ਉਹਨੇ ਇਹ ਸਿਰਜਣਾ ਕੀਤੀ ਹੈ, ਉਹੀ ਇਸ ਨੂੰ ਵੇਖ ਰਿਹਾ ਹੈ। ਉੱਜੜ ਭੁੱਲੇ ਰਾਹ ਗੁਰ ਵੇਖਾਲੇ, ਜਿਹੜੇ ਰਾਹ ਤੋਂ ਭੁੱਲ ਗਏ ਸਨ, ਜਿਹੜੇ ਰਾਹ ਤੋਂ ਦੂਜੇ ਰਾਹ ਪੈ ਗਏ। ਕਈ ਵਾਰੀ ਆਪਾਂ ਮੰਨ ਲਓ ਤੁਰੇ ਜਾ ਰਹੇ, ਕਿਸੇ ਸਾਨੂੰ ਕਹਿਤਾ ਇਹ ਸੜਕ ਤੁਰੇ ਜਾਓ ਜੀ, ਤੁਸੀਂ ਸਰਹੱਦ ਪਹੁੰਚ ਜਾਓਗੇ। ਅੱਗੇ ਆ ਕੇ ਉੱਚਾ ਪੁਲ, ਉਹ ਸਾਨੂੰ ਸਮਝ ਨਹੀਂ ਆਉਂਦੀ ਸਰਹੱਦ ਖੱਬੇ ਪਾਸੇ ਕਿ ਸੱਜੇ ਪਾਸੇ ਕਿੱਧਰ ਹੈ।
ਜੇ ਸਾਨੂੰ ਨਾ ਕੋਈ ਦੱਸਣ ਵਾਲਾ ਹੋਵੇ, ਅਸੀਂ ਗਲਤ ਰਾਹ ਵੀ ਪੈ ਸਕਦੇ ਹਾਂ। ਉਹ ਉਜੜ ਰਾਹ। ਜਿਹੜੇ ਭੁੱਲੇ ਹੋਏ ਹਨ, ਗਏ ਤਾਂ ਅਸਲ ਪਰਮਾਤਮਾ ਨੂੰ ਮਿਲਣ, ਰਾਹ ਹੀ ਭੁੱਲ ਗਏ, ਢੰਗ ਤਰੀਕਾ ਹੀ ਭੁੱਲ ਗਏ, ਰਸਤਾ ਹੀ ਭੁੱਲ ਗਏ, ਗੁਰ ਵਿਖਾਲੇ। ਫਿਰ ਗੁਰੂ ਰਾਹੀਂ ਪਰਮਾਤਮਾ ਨੇ ਦਰਸ਼ਨ ਕਰਾਤੇ। ਸਤਿਗੁਰ ਸੱਚੇ ਵਾਹ ਸੱਚ ਸੰਭਾਲੇ। ਕਹਿੰਦੇ ਜਿਹੜਾ ਸਤਿਗੁਰੂ ਹੈ ਉਹ ਧੰਨ ਹੈ, ਉਹ ਧੰਨ ਹੈ। ਕਿਉਂ? ਸੱਚ ਸੰਭਾਲੇ। ਉਹਨੇ ਸੱਚ ਸਾਨੂੰ ਯਾਦ ਕਰਵਾਇਆ ਹੈ। ਗੁਰੂ ਦੀ ਕਿਰਪਾ ਨਾਲ ਅਸੀਂ ਨਾਮ ਜਪਣ ਲੱਗੇ ਹਾਂ। ਗੁਰੂ ਵਾਲੇ ਹੋਏ ਤਾਂ ਹੀ ਨਾਮ ਜਪਣ ਲੱਗੇ ਨਾ। ਇਸ ਲਈ ਯਾਦ ਸੰਭਾਲਿਆ, ਮੈਨੇ ਯਾਦ ਕੀਤਾ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਯਾਦ ਕੀਤਾ। ਇਸ ਲਈ ਗੁਰੂ ਧੰਨ ਹੈ, ਧੰਨ। ਪਾਇਆ ਰਤਨ ਘਰਾਹੋਂ ਦੀਵਾ ਬਾਲੇ। ਜਦੋਂ ਫਿਰ ਆਪਾਂ ਨਾਮ ਜਪਿਆ, ਗੁਰੂ ਨੇ ਅੰਦਰ ਗਿਆਨ ਦਾ ਦੀਵਾ ਬਾਲਤਾ। ਫਿਰ ਦੇਖਿਆ ਵੀ ਜਿਹੜਾ ਨਾਮ ਰਤਨ ਹੈ ਇਹ ਤੇ ਘਰ 'ਚ ਹੀ ਹੈ, ਇਹ ਤੇ ਅੰਦਰ ਹੀ ਹੈ। ਜਿਸ ਨਾਮ ਰਤਨ ਨੂੰ ਬਾਹਰ ਲੱਭਣ, ਕਹਿੰਦਾ ਪਹਿਲਾਂ ਮੈਂ ਗਿਆ ਸੀ, ਬਾਹਰ ਨਹੀਂ ਮੈਨੂੰ ਲੱਭਿਆ। ਉਹ ਤੇ ਫਿਰ ਜੇ ਗੁਰੂ ਨੇ ਕਿਰਪਾ ਕੀਤੀ, ਅੰਦਰ ਗਿਆਨ ਦਾ ਦੀਵਾ ਬਾਲਤਾ ਤੇ ਪਤਾ ਲੱਗਿਆ ਇਹ ਨਾਮ ਰਤਨ ਤੇ ਘਰ 'ਚ ਹੀ ਹੈ, ਅੰਦਰ ਹੀ। ਸੱਚੇ ਸ਼ਬਦ ਸਲਾਹ ਹਾਹਨ ਸਿਆਰੀ ਲੈ ਸਲਾਹ ਕੀ। ਜੇ ਪੜ੍ਹੋ ਸਲਾਹੇ, ਉਹਦਾ ਮਤਲਬ ਸਲਾਹੁੰਦਾ ਹੈ। ਸਲਾਹੇ ਜਿਵੇਂ ਪਾਹੇ ਜਾਹੇ, ਪਾਹੇ ਪਾਉਂਦਾ ਹੈ, ਪਾਹੇ ਪਾਉਂਦੇ ਹਨ, ਜਾਹੇ ਜਾਂਦਾ ਹੈ, ਜਾਹੇ ਜਿਉਂਦੇ ਹਨ। ਸਲਾਹੇ ਸਲਾਹੁੰਦਾ ਹੈ, ਸਲਾਹੇ ਸਲਾਹੁੰਦੇ ਹਨ। ਪਰ ਇੱਥੇ ਸਲਾਹ ਕੇ, ਇਸ ਲਈ ਪੜ੍ਹਨਾ ਸਲਾਹ। ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲੇ। ਪਰਮਾਤਮਾ ਦੇ ਨਾਮ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਇਹ ਪਰਮਾਤਮਾ ਦੇ ਨਾਮ ਵਾਲੇ ਫਿਰ ਸੁਖੀ ਹੋ ਜਾਂਦੇ ਨੇ। ਨਾਮ ਜਪ ਕੇ ਸੁਖ ਮਿਲਣਾ ਹੈ। ਸੁਖ ਨਾਹੀ ਰੇ ਹਰ ਭਗਤ ਬਿਨੁ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਮਾਨਸਿਕ ਸੁਖ ਹੀ ਨਹੀਂ। ਸੋ ਇਸ ਲਈ ਕਹਿੰਦੇ ਨੇ ਡਰਿਆ ਡਰ ਲੱਗ ਗਰਭ ਸੇ ਗੱਲ। ਨੇ ਡਰਿਆ ਜਿਹੜੇ ਰੱਬ ਤੋਂ ਡਰਦੇ ਹੀ ਨਹੀਂ ਹੈਗੇ। ਜੇ ਅਸੀਂ ਉਹਨਾਂ ਨਾਲ ਜੁੜ ਜਾਵਾਂਗੇ ਜਿਹੜੇ ਰੱਬ ਤੋਂ ਡਰਦੇ ਹੀ ਨਹੀਂ, ਜਿਹਨੂੰ ਨਾਸਤਕ ਕਹਿੰਦੇ ਨੇ। ਕਰੋੜਾਂ ਲੋਕ ਨੇ ਜਿਹੜੇ ਕਹਿੰਦੇ ਕੋਈ ਰੱਬ ਰੂਪ ਨਹੀਂ ਹੈਗਾ। ਇਹਦਾ ਮਤਲਬ ਫਿਰ ਕੋਈ ਰੱਬ ਤੋਂ ਨਹੀਂ ਡਰਦੇ ਹੋ। ਕਰੋੜਾਂ ਲੋਕ ਨੇ। ਆ ਸਾਰਾ ਰੂਸ, ਸਾਰਾ ਚਾਈਨਾ, ਇਹਨਾਂ ਦੇ ਨਾਲ ਜਿੰਨੇ ਦੇਸ਼ ਨੇ, ਇਹ ਸਾਰੇ ਕਮਿਊਨਿਸਟ ਦੇਸ਼ ਨੇ। ਇਹ ਰੱਬ ਨੂੰ ਨਹੀਂ ਮੰਨਦੇ। ਇਸ ਲਈ ਇਹ ਰੱਬ ਤੋਂ ਡਰਦੇ ਹੀ ਨਹੀਂ। ਤੁਸੀਂ ਕਿਸੇ ਨੂੰ ਮੰਨਣ ਲੱਗ ਜਾਓ, ਉਸੇ ਤੋਂ ਡਰਨ ਲੱਗ ਜਾਓਗੇ। ਆ ਤ੍ਰਿਪੜੀ ਚੌਂਕ ਦੇ ਵਿੱਚ ਇੱਕ ਛੋਟਾ ਮੰਦਿਰ ਬਣਿਆ ਹੋਇਆ, ਜਿੱਥੇ ਇੱਕ DL ਕਲੋਨੀ ਸੜਕ ਜਾਂਦੀ ਹੈ। ਮੇਰੇ ਸਾਹਮਣੇ ਅੱਜ ਤੋਂ 15-20 ਸਾਲ ਪਹਿਲਾਂ ਇੱਕ ਬੰਦੇ ਨੇ 2 ਇੱਟਾਂ ਐਂ ਦੀ ਖੜੀਆਂ ਕਰਤੀਆਂ। ਮੈਂ ਉੱਥੇ ਖੜ੍ਹਾ, ਉੱਥੇ 2 ਇੱਟਾਂ ਐਂ ਖੜੀਆਂ ਕਰਕੇ ਇੱਕ ਦੀਵਾ ਲੈਂਦਾ, ਬਾਲ ਕੇ ਉਹ ਦੋਨਾਂ ਇੱਟਾਂ ਦੇ ਹੇਠਾਂ ਰੱਖਦਾ। ਮੈਂ ਲੈ ਇੱਥੇ ਕਿਸੇ ਦਿਨ ਮੰਦਿਰ ਬਣੂੰਗਾ, ਮੈਂ ਥਾਂ ਰੋਕੂ, ਇਹ ਸਰਕਾਰੀ ਥਾਂ, ਇਸ ਬਹਾਨੇ ਰੋਕੂ। ਅਤੇ ਦੇਖ ਲਓ ਹੁਣ ਮੰਦਿਰ ਬਣ ਗਏ। ਉਹ 2 ਇੱਟਾਂ ਜੋੜ ਕੇ ਆਪ ਹੀ ਉਸ ਨੂੰ ਮੱਥਾ ਟੇਕੀ ਜਾਂਦੇ ਨੇ। ਚਲੋ ਹੌਲੀ ਡਰ ਬੈਠ ਗਿਆ ਬਸ। ਜੋ ਚਾਹੇ ਉਹਦਾ ਜੋ ਨਾਮ ਮਰਜ਼ੀ ਰੱਖ ਲਓ, ਸ਼ਨੀ ਦੇਵਤਾ ਰੱਖ ਲਓ, ਫਲਾਨਾ ਰੱਖ ਲਓ, ਨਾਮ ਹੀ ਰੱਖ ਲਓ ਮੰਦਿਰ ਦਾ। ਹਾਂਜੀ ਚਲੋ ਜੀ ਸ਼ਨੀ ਦੇਵਤੇ ਮੰਦਿਰ ਚਲੋ ਜੀ, ਉੱਥੇ ਤੁਹਾਡਾ ਸ਼ਨੀ ਗ੍ਰਹਿ ਦੂਰ ਹੋਵੇਗਾ। ਜਦੋਂ ਤੁਸੀਂ ਮੰਨਣ ਲੱਗ ਜਾਓਗੇ, ਤੁਸੀਂ ਡਰਨ ਵੀ ਲੱਗ ਜਾਓਗੇ। ਜੋ ਨਹੀਂ ਮੰਨਦੇ ਨਹੀਂ ਡਰਦੇ। ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਰੱਬ ਤੋਂ ਨਹੀਂ ਡਰਦੇ। ਅਸੀਂ ਰੱਬ ਨੂੰ ਮੰਨਦੇ ਸੀ, ਅਸੀਂ ਰੱਬ ਤੋਂ ਡਰਦੇ ਹਾਂ। ਬਸ ਇਹ ਰੱਬ ਤੋਂ ਡਰ। ਜਿਵੇਂ ਤੁਸੀਂ ਤਸਵੀਰ ਲਾਈ ਹੈ ਅਤੇ ਉਹਨੂੰ ਮੱਥਾ ਟੇਕਣ ਲੱਗ ਜਾਓ, ਤੁਸੀਂ ਫਿਰ ਉਸੇ ਤਸਵੀਰ ਤੋਂ ਹੀ ਡਰਨ ਲੱਗ ਜਾਓ। ਤੁਹਾਡੀ ਜ਼ਰੂਰਤ ਨਹੀਂ ਪਏਗੀ ਉਸ ਨੂੰ ਤੁਸੀਂ ਪਾੜ ਦਿਓ। ਤੁਸੀਂ ਗੁਰੂ ਨਾਨਕ ਦੀ ਤਸਵੀਰ ਲਾ ਲਈ ਹੈ, ਤੁਸੀਂ ਉਸ ਨੂੰ ਮੱਥਾ ਟੇਕਣ ਲੱਗ ਪਏ, ਫਿਰ ਤੁਸੀਂ ਉਸੇ ਤਸਵੀਰ ਤੋਂ ਡਰਨ ਲੱਗ ਜਾਓਗੇ। ਹਾਲਾਂਕਿ ਤੁਹਾਨੂੰ ਪਤਾ ਤਸਵੀਰ ਹੈ, ਪਰ ਕਿਉਂਕਿ ਤੁਸੀਂ ਉਹਨੂੰ ਪੂਜਣ ਲੱਗ ਪਏ ਹੋ, ਇਸ ਲਈ ਡਰਨ ਲੱਗ ਜਾਓਗੇ। ਉਹ ਪੁਰਾਣੀ ਹੋ ਜਾਏਗੀ ਤਸਵੀਰ,
ਪਰ ਤੁਹਾਡਾ ਹੌਸਲਾ ਨਹੀਂ ਪੈ ਗਿਆ ਪਾੜ ਕੇ ਉਹਨੂੰ ਸੁੱਟਣ ਦਾ। ਨਾ ਜੀ, ਜੋ ਉਹਨੂੰ ਤੁਸੀਂ ਜਿਹੜਾ ਹੈ ਬੜੇ ਪਿਆਰ ਸਤਿਕਾਰ ਨਾਲ ਉਹਦਾ ਸੰਸਕਾਰ ਕਰੋਗੇ, ਹਾਂਜੀ, ਫਿਰ ਕਰੋਗੇ। ਜਿਸ ਚੀਜ਼ ਨੂੰ ਤੁਸੀਂ ਪੂਜਦੇ ਹੋ ਤੁਸੀਂ ਉਸੇ ਤੋਂ ਹੀ ਡਰਨ ਲੱਗ ਜਾਂਦੇ ਹੋ। ਅਤੇ ਜਿਹੜੇ ਡਰਦੇ ਹੀ ਨਹੀਂ, ਜਿਹੜੇ ਰੱਬ ਤੋਂ ਡਰਦੇ ਨੇ, ਡਰਿਆ ਡਰ ਲੱਗ ਗਰਭ ਸੇ ਗੱਲ, ਉਹ ਹੰਕਾਰ 'ਚ ਖੁਆਰਦੇ ਨੇ, ਉਹ ਹੰਕਾਰ ਕਰਦੇ ਨੇ। ਹੰਕਾਰ ਕਰਨ ਕਰਕੇ ਫਿਰ ਉਹ ਗੱਲ ਆ, ਉਹਨਾਂ ਨੂੰ ਨੁਕਸਾਨ ਹੁੰਦਾ ਉਹਨਾਂ ਦਾ। ਨਾਮ ਭੁੱਲਾ ਜਗ ਫਿਰੈ ਬੇਤਾਲਿਆ। ਉਹੀ ਤਾਂ ਬੇਤਾਲ ਦੇ ਦੋ ਅਰਥ ਨੇ, ਇੱਕ ਭੂਤ ਪ੍ਰੇਤ ਨੂੰ ਬੇਤਾਲ ਕਹਿੰਦੇ ਨੇ, ਦੂਜਾ ਕਮਲੇ ਨੂੰ ਕਹਿੰਦੇ ਨੇ। ਨਾਮ ਭੁੱਲਾ ਜਗ ਫਿਰੈ ਬੇਤਾਲਿਆ। ਇਹ ਸੰਸਾਰ ਨਾਮ ਨਹੀਂ ਜਪਦਾ ਅਤੇ ਕਮਲਿਆਂ ਦੀ ਤਰ੍ਹਾਂ ਫਿਰੀ ਜਾਂਦਾ। ਸੋ ਜਿਹੜਾ ਇਹ ਪੜ੍ਹੀ ਜਾਏਗਾ ਉਹ ਹੌਲੀ ਹੌਲੀ ਡਰ ਲੱਗ ਜਾਏਗਾ ਵੀ ਨਾਮ ਜਪਣਾ ਚਾਹੀਦਾ, ਨਾ ਜਪਾਂਗਾ ਹੋ ਜਾਏਗਾ। ਜਿਹੜੇ ਜਪਦੇ ਹੀ ਨਹੀਂ, ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ, ਕਿਸੇ ਦੇਵੀ ਦੇਵਤੇ ਨੂੰ ਮੰਨਦੇ ਹੀ ਨਹੀਂ, ਉਹ ਉਹਨਾਂ ਦਾ ਡਰ ਵੀ ਕੋਈ ਨਹੀਂ, ਉਹ ਡਰਦੇ ਵੀ ਨਹੀਂ। ਸ਼ਲੋਕ ਮਹਿਲਾ ਤੀਜਾ। ਭੈ ਵਿੱਚ ਜੰਮੇ ਭੈ ਮਰੈ, ਭੀ ਭਉ ਮਨ ਮੈਂ ਹੋਏ। ਨਾਨਕ ਭੈ ਵਿੱਚ ਜੇ ਮਰੈ, ਸਹਿਲਾ ਆਇਆ ਸੋਏ। ਭੈ ਵਿੱਚ ਜੰਮੇ, ਜਿਹੜੇ ਸੰਸਾਰਕ ਭੈ ਵਿੱਚ ਪੈਦਾ ਹੁੰਦੇ ਹਨ। ਭੈ ਮਰੈ, ਜਿਹੜੇ ਸੰਸਾਰ ਦੇ ਭੈ 'ਚ ਰਹਿੰਦੇ ਨੇ, ਭੈ 'ਚ ਹੀ ਮਰਦੇ ਨੇ। ਭੀ ਭਉ ਮਨ ਮੈਂ ਹੋਏ, ਅਤੇ ਮਰਨ ਵੇਲੇ ਵੀ ਉਹਨਾਂ ਦੇ ਅੰਦਰ ਡਰ ਹੀ ਹੁੰਦਾ ਹੈ। ਕਿਉਂ? ਉਹ ਡਰ ਵਿੱਚ ਹੀ ਪੈਦਾ ਹੋਏ, ਡਰ ਵਿੱਚ ਹੀ ਜੀਵੇ। ਜਦੋਂ ਮਰਨ ਲੱਗੇ ਉਦੋਂ ਵੀ ਡਰ ਹੀ ਨਾਲ ਉਹਨਾਂ ਦੇ ਗਿਆ। ਨਾਨਕ ਭੈ ਵਿੱਚ ਜੇ ਮਰੇ, ਜਿਹੜਾ ਕੋਈ ਪਰਮਾਤਮਾ ਦੇ ਭੈ 'ਚ ਮਰਦਾ ਹੈ, ਸਹਿਲਾ ਆਇਆ ਸੋਏ। ਸਹਿਲਾ ਹੁੰਦਾ ਸਫਲ, ਉਹਦਾ ਆਇਆ ਹੋਇਆ ਹੀ ਸਫਲ ਹੈ। ਜਿਹੜਾ ਸੰਸਾਰਿਕ ਡਰ 'ਚ ਰਹਿੰਦਾ ਉਹ ਤਾਂ ਕਹਿੰਦਾ ਡਰ ਕੇ ਹੀ ਪੈਦਾ ਹੋਇਆ, ਡਰ 'ਚ ਹੀ ਰਿਹਾ, ਡਰਦਾ ਹੀ ਮਰ ਗਿਆ। ਜਿਹੜਾ ਪਰਮਾਤਮਾ ਦੇ ਭੈ ਵਿੱਚ ਰਹਿੰਦਾ ਹੈ, ਉਹਦੇ ਭੈ ਵਿੱਚ ਰਹਿ ਕੇ ਮਰਦਾ ਹੈ, ਭਾਵ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦਾ ਹੈ, ਉਹਦਾ ਆਇਆ ਹੀ ਸੰਸਾਰ ਸਫਲਾ ਹੈ। ਆਮ ਕਹਿੰਦੇ ਨੇ ਧਰਮ ਕਿ ਜਿਹੜਾ ਰੱਬ ਤੋਂ ਡਰਦਾ ਹੈ ਉਹ ਸੰਸਾਰ ਤੋਂ ਨਹੀਂ ਡਰਦਾ, ਅਤੇ ਜਿਹੜਾ ਸੰਸਾਰ ਤੋਂ ਡਰਦਾ ਹੈ ਉਹ ਧਿਰ ਤੋਂ ਡਰਦਾ, ਉਹ ਧਿਰ ਤੋਂ ਡਰਦਾ। ਜਿਹੜਾ ਰੱਬ ਤੋਂ ਡਰਦਾ ਹੈ ਉਹ ਲੋਕਾਂ ਤੋਂ ਨਹੀਂ ਡਰਦਾ, ਉਹ ਡਰਦਾ, ਉਹ ਰਾਜਾ ਮਹਾਰਾਜਾ ਤੋਂ ਵੀ ਨਹੀਂ ਡਰਦਾ। ਅੱਜ ਜਿੰਨੇ ਸ਼ਹੀਦ ਹੋਏ ਸਭ ਰੱਬ ਤੋਂ ਡਰਦੇ ਸੀ, ਕੋਈ ਉਹਨਾਂ ਡਰਾ ਨਹੀਂ ਸਕਿਆ। ਉਹ ਕਹੇ ਮਾਰਨਾ ਮਾਰ ਲਓ, ਨਹੀਂ ਅਸੀਂ ਤੁਹਾਡੀ ਮੰਨਦੇ। ਡਰ ਤਾਂ ਪਤਾ ਮੰਨ ਜਾਂਦੇ। ਅੱਛਾ ਜਿਵੇਂ ਕਹੋਗੇ 7 ਸਾਲ ਦੇ ਜਵਾਕ ਨੇ, ਇੱਕ 9 ਸਾਲ ਦਾ ਬੱਚਾ, ਕਿੰਨੇ ਡਰਾਵੇ ਦਿੱਤੇ ਦੋਨਾਂ ਸਾਹਿਬਜ਼ਾਦਿਆਂ ਨੂੰ, ਨਹੀਂ ਡਰੇ, ਨਹੀਂ ਡਰੇ। ਉਹਨਾਂ ਅੰਦਰ ਅਗਰ ਵੱਧ ਮਾਰ ਹੀ ਦੇਣਗੇ, ਉਹਨਾਂ ਅੰਦਰ ਮੌਤ ਦਾ ਡਰ ਹੀ ਖਤਮ ਹੋ ਜਾਂਦਾ। ਅਤੇ ਜਦੋਂ ਮੌਤ ਦਾ ਡਰ ਖਤਮ ਹੋ ਜਾਣ ਕੇ ਜਾਓ ਜੋ ਮਰਜ਼ੀ ਕਰਨਾ ਕਰ ਲਓ, ਅਸੀਂ ਮੈਂ ਨਹੀਂ ਤੁਹਾਡੀ ਮੰਨਦੀ। ਸੋ ਇਸ ਲਈ ਜਿਹੜਾ ਪਰਮਾਤਮਾ ਤੋਂ ਡਰਦਾ ਹੈ ਉਹ ਹੋਰ ਕਿਸੇ ਤੋਂ ਨਹੀਂ ਡਰਦਾ, ਅਤੇ ਜਿਹੜਾ ਪਰਮਾਤਮਾ ਤੋਂ ਨਹੀਂ ਡਰਦਾ ਉਹ ਧਿਰ ਤੋਂ ਡਰਦਾ ਹੈ। ਅਸੀਂ ਧਿਰ ਤੋਂ ਡਰਦੇ ਹਾਂ। ਭੈ ਬਿਨ ਜੀਵੈ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ। ਨਾਨਕ ਭੈ ਬਿਨ ਜੇ ਮਰੈ, ਮੂੰਹ ਕਾਲਾ ਉੱਠ ਜਾਏ। ਭੈ ਬਿਨ ਜੀਵੈ, ਜਿਹੜਾ ਰੱਬ ਦੇ ਡਰ ਤੋਂ ਬਿਨਾਂ ਜਿਉਂਦਾ ਹੈ, ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਅਤੇ ਬੜੀਆਂ ਖੁਸ਼ੀਆਂ ਮਾਣ ਰਿਹਾ ਹੈ। ਰੱਬ ਤੋਂ ਨਹੀਂ ਡਰਦਾ, ਖੂਹ ਖਾ ਪੀ ਰਿਹਾ, ਮੌਜਾਂ ਕਰ ਰਿਹਾ ਹੈ। ਪਰ ਕਹਿੰਦੇ ਨਾਨਕ ਭੈ ਬਿਨ ਜੇ ਮਰੇ, ਜੋ ਰੱਬ ਦੇ ਡਰ ਤੋਂ ਬਿਨਾਂ ਮਰ ਗਿਆ ਨਾ, ਮੂੰਹ ਕਾਲਾ ਉੱਠ ਜਾਏ। ਉਹ ਜਾਂਦਿਆਂ ਉਹਦਾ ਮੂੰਹ ਕਾਲਾ ਹੋਣਾ ਕਿ ਤੂੰ ਨਾਮ ਨਹੀਂ ਜਪਿਆ ਪਰਮਾਤਮਾ ਦਾ। ਪਰਮਾਤਮਾ ਨਾਮ ਉਹੀ ਜਪੇਗਾ ਜਿਹੜਾ ਪਰਮਾਤਮਾ ਤੋਂ ਡਰਦਾ ਹੈ। ਜਿਹੜਾ ਪਰਮਾਤਮਾ ਤੋਂ ਡਰਦਾ ਹੈ ਉਹੀ ਪਰਮਾਤਮਾ ਦਾ ਨਾਮ ਜਪੇਗਾ। ਅਤੇ ਜਿਹੜਾ ਡਰਦਾ ਹੀ ਨਹੀਂ
ਉਹ ਨਹੀਂ ਪਰਮਾਤਮਾ ਦਾ ਨਾਮ ਜਪਿਆ ਕਰ। ਇਸ ਲਈ ਕਹਿੰਦੇ ਕਾਲੇ ਮੂੰਹ ਨਾਲ ਇੱਥੋਂ ਜਾਵੇਗਾ ਸੰਸਾਰ, ਭਾਵ ਅੱਗੇ ਜਾ ਕੇ ਉਹਦੀ ਬਦਨਾਮੀ ਹੋਏਗੀ। ਪੌੜੀ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ, ਇਹਨੂੰ ਦਿਆਲ ਨਹੀਂ ਪੜ੍ਹਨਾ। ਪੰਜਾਬੀ ਜਿਹਦਾ ਦਿਆਲੂ ਅਬ ਸਿੱਧਾ ਹੋ ਗਿਆ ਅੱਜ ਕੱਲ੍ਹ। ਹਿੰਦੀ 'ਚ ਦਇਆ, ਹਿੰਦੀ ਸ਼ਬਦ ਹੈ ਦਇਆ। ਦਇਆ ਤੋਂ ਬਣੇ ਦਇਆਲ, ਦਇਆਲੂ। ਇਸ ਲਈ ਇਹਨੂੰ ਦਿਆਲ ਨਹੀਂ ਪੜ੍ਹ ਦੇਣਾ। ਸਤਿਗੁਰ ਹੋਏ ਦਇਆਲ ਨ ਕਬਹੂ ਝੂਰੀਏ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨ ਜਾਣੀਏ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਕਿਤੇ ਤ ਲਿਖਿਆ, ਕਿਤੇ ਤਾ ਲਿਖਿਆ ਹੈ। ਇੱਕ ਫਾਰਸੀ ਦਾ ਹੈ, ਇੱਕ ਹਿੰਦੀ ਦਾ ਹੈ। ਤ ਅਰਥ ਉਹੀ ਹੈ। ਤਾਂ ਜਿਹਨੂੰ ਕਹਿੰਦੇ, ਦੋਨੋਂ ਦਾ ਅਰਥ ਇੱਕੋ ਹੀ ਹੈ। ਤ ਕਹਿ ਲਓ ਚਾਹੇ ਤਾਂ ਕਹਿ ਲਓ, ਅਰਥ ਇੱਕੋ ਹੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ। ਸ਼ਰਧਾ ਦੀ ਇੱਛਾ, ਸ਼ਰਧਾ ਬਣੇ ਇੱਛਾ। ਜੇ ਗੁਰੂ ਮਹਾਰਾਜ ਦਿਆਲੂ ਹੋ ਜਾਣ ਤਾਂ ਇੱਛਾ ਪੂਰੀ ਹੋ ਜਾਂਦੀ ਹੈ, ਤਾਂ ਇੱਛਾ ਪੂਰੀ ਹੋ ਜਾਂਦੀ। ਸਤਿਗੁਰ ਹੋਏ ਦਿਆਲ ਨ ਕਬਹੂ ਝੂਰੀਏ। ਜੇ ਗੁਰੂ ਮਹਾਰਾਜ ਦਿਆਲੂ ਹੋ ਜਾਣ ਫਿਰ ਬੰਦੇ ਨੂੰ ਝੋਰਾ ਨਹੀਂ ਕੋਈ ਹੁੰਦਾ। ਇਹ ਕਿਸੇ ਗੱਲ ਕਰਕੇ ਝੁਰਦਾ ਨਹੀਂ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਜੇ ਗੁਰੂ ਮਹਾਰਾਜ ਦਿਆਲੂ ਹੋ ਜਾਣ ਦੁੱਖ ਨਹੀਂ ਲੱਗਦਾ। ਦੁੱਖ ਆਉਂਦੇ ਪਰ ਦੁੱਖ ਨਹੀਂ ਲੱਗਦਾ। ਜਿੰਨੇ ਸ਼ਹੀਦ ਹੋਏ ਕਿੱਡੇ ਵੱਡੇ ਜ਼ਿੰਦਗੀ ਦੁੱਖ ਹੈ। ਬੰਦ ਕਟਵਾਉਣਾ, ਚਰਖੜੀਆਂ 'ਤੇ ਚੜ੍ਹਨਾ, ਖੋਪਰੀਆਂ ਲੁਹਾਉਣੀਆਂ, ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲ 'ਚ ਪਾਉਣੇ, ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਐਡੇ ਵੱਡੇ ਦੁੱਖ ਹੈ। ਪਰ ਉਹਨਾਂ ਨੇ, ਕਿਉਂਕਿ ਗੁਰੂ ਮਹਾਰਾਜ ਦੀ ਉਹਦੇ 'ਤੇ ਕਿਰਪਾ ਸੀ, ਇਸ ਲਈ ਉਹਨਾਂ ਨੇ ਦੁੱਖ ਨੂੰ ਦੁੱਖ ਹੀ ਨਹੀਂ ਸਮਝਿਆ, ਉਹਦੀ ਰਜ਼ਾ 'ਚ ਰਹੇ। ਬਥੇਰਾ ਕਹਿੰਦੇ ਰਹੇ ਬੱਚਾ ਜਿਹੜਾ ਉੱਪਰ ਸੁੱਟਣਾ। ਲਾਹੌਰ ਦੇ ਜੇਲ੍ਹ ਦੇ ਵਿੱਚ ਬੀਬੀਆਂ ਜਿਹੜੀਆਂ ਸਨ, ਚੱਕੀ 'ਚ ਹੁੰਦੀਆਂ, ਸਭ ਕੁਛ ਕਰਦੀਆਂ ਵਿਚਾਰੀਆਂ। ਬੱਚਾ ਲੈਣੇ, ਉੱਪਰ ਸੁੱਟਣਾ, ਹੇਠੋਂ ਨੇਜ਼ਾ ਖੜਾ ਕਰਨਾ ਔਰ ਢਿੱਡ 'ਚ ਮਾਰਨਾ, ਉਹਦੀ ਝੋਲੀ 'ਚ ਪਾ ਦੇਣਾ। ਬੱਚਾ ਲੈ, ਦੋਨੋਂ ਲੱਤਾਂ ਪਾੜਨ ਲੱਗੇ, ਦੇ ਬੀਬੀ ਮੰਨਦੀ ਹੈ ਕਿਤੇ ਲੱਤਾਂ ਪਾੜਦੀ ਬੱਚੇ, ਉਹ ਕਹਿੰਦੀ ਪਾੜ ਦਿਓ, ਨਹੀਂ ਮੰਨਦੀ ਮੈਂ। ਇਸ ਤਰ੍ਹਾਂ ਬੜਾ ਔਖਾ ਹੈ। ਦੁੱਖ ਆਉਂਦੇ ਨੇ ਜ਼ਿੰਦਗੀ 'ਚ, ਪਰ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ, ਵੱਡੇ ਤੋਂ ਵੱਡੇ ਦੁੱਖ ਸਹਿ ਲੈਂਦੇ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ। ਹਰ ਰੰਗ ਦੇ ਰੱਬੀ ਪਿਆਰ। ਜੇ ਗੁਰੂ ਮਹਾਰਾਜ ਦਿਆਲੂ ਹੋ ਜਾਣ ਤਾਂ ਰੱਬੀ ਪਿਆਰ ਨੂੰ ਮਨੁੱਖ ਮਾਣਦਾ ਹੈ। ਕਿਉਂ? ਪਰ ਗੁਰੂ ਦੀ ਕਿਰਪਾ ਨਾਲ ਫਿਰ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਪੈ ਜਾਂਦਾ ਹੈ। ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ। ਜਦੋਂ ਗੁਰੂ ਮਹਾਰਾਜ ਦਿਆਲੂ ਹੋ ਜਾਣ ਤਾਂ ਜਮਾਂ ਦਾ ਡਰ ਖਤਮ ਹੋ ਜਾਂਦਾ। ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ। ਜਦੋਂ ਗੁਰੂ ਮਹਾਰਾਜ ਦਿਆਲੂ ਤਾਂ ਸਦੇ ਸਰੀਰ ਨੂੰ ਸੁੱਖ ਹੁੰਦਾ ਹੈ। ਇਹ ਸਰੀਰ ਸੁਖੀ ਰਹਿੰਦਾ। ਦੇਹਾ ਦੇ ਸਰੀਰ। ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਏ। ਸੰਸਾਰ ਦੇ ਸਾਰੇ ਖਜ਼ਾਨੇ ਨੂੰ ਨਵ ਨਿਧ ਕਿਹਾ ਹੈ। ਜੇ ਗੁਰੂ ਮਹਾਰਾਜ ਦਿਆਲੂ ਹੋ ਜਾਣ, ਸਿੱਖ ਨੂੰ ਸਾਰੀਆਂ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਵੈਸੇ ਤਾਂ ਜਿਹੜਾ ਨਾਮ ਜਪਦਾ ਰਹੇ, ਜਪਦਾ ਰਹੇ, ਹੌਲੀ ਹੌਲੀ ਕੀ ਹੁੰਦੀ ਹੈ? ਰਸਨਾ ਗੀਦੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ। ਗੀਦੀ ਮੈਨੇ ਆਦੀ ਹੋ ਜਾਣਾ। ਜਦੋਂ ਜੀਵ ਨਾਮ ਜਪਣ ਦੀ ਆਦੀ ਹੋ ਜੇ, ਆਪਣੇ ਆਪ ਹੀ ਵਾਹਿਗੁਰੂ 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 ਕਰਦੇ ਰਹੇ, ਪੂਰਨ ਹੋਏ ਸਗਲੇ ਕੰਮ। ਮਨੁੱਖ ਦੇ ਸਾਰੇ ਕੰਮ, ਇੱਛਾਵਾਂ ਪੂਰੀਆਂ ਹੋ ਜਾਂਦੀਆਂ।
ਜੇ ਤੂੰ ਹਰ ਵਕਤ ਵਾਹਿਗੁਰੂ 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 ਕਰਦਾ ਰਹੇ ਬੰਦਾ। ਸੋ ਇਸ ਲਈ ਨੌ ਨਿਧੀ ਬਾਣੀ ਜੇ ਨਵ ਨਿਧੀ 18 ਸਿਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਸਦਾ ਪਰਮਾਤਮਾ ਨੂੰ ਹਿਰਦੇ 'ਚ ਵਸਾ ਕੇ ਰੱਖਦਾ, ਕਦੇ 9 ਨਿਧੀਆਂ ਤੇ 18 ਸਿਧੀਆਂ ਉਹਦੇ ਪਿੱਛੇ ਪਿੱਛੇ ਫਿਰੀ ਜਾਂਦੀਆਂ। ਇਸ ਵੇਲੇ ਸੁਣਾ ਕੇ ਤੇ ਸੁਣ ਕੇ ਐਂ ਲੱਗਦਾ ਕਿ 9 ਨਿਧੀਆਂ 18 ਸਿਧੀਆਂ ਪਿੱਛੇ ਲਾ ਕੇ ਹਟਾਂਗੇ। ਤੇ ਕਾਲਯੁਗ ਕਹਿ ਰਿਹਾ ਕੋਈ ਨਾ, ਮੈਂ ਜੁੱਤੀਆਂ ਜੀ ਖੜਾ, ਆ ਜਾ ਸਹੀ, ਜਾਣ ਸੇ ਤੈਨੂੰ ਵੀ ਭੁਲਾ ਦਾਂਗੇ ਤੇ ਇਹਨਾਂ ਨੂੰ ਵੀ ਭੁਲਾ ਦਿਆਂਗਾ। ਇਸ ਲਈ ਜਿਹੜੇ ਭਗਤ ਹੋਏ ਨੇ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੁੰਦੀ। ਬਸ ਉਂਝ ਉਹ ਸਿੰਪਲ ਰਹਿੰਦੇ ਸਨ, ਉਂਝ ਸਿੰਪਲ ਰਹਿੰਦੇ ਸਨ। ਵੀ ਅਸੀਂ ਇੰਨੇ ਕਸ਼ਟ ਕੀ ਕਰਾਉਣੇ, ਆਪਣੇ ਆਪਣੇ ਵਿਚਾਰ ਹੁੰਦੇ ਨੇ। ਜਿਵੇਂ ਸੰਤ ਈਸ਼ਰ ਸਿੰਘ ਜੀ ਮਹਾਰਾੜਾ ਸਾਹਿਬ, ਮਾਇਆ ਰੋਜ਼ ਲਕਸ਼ਮੀ ਦਾ ਰੂਪ ਧਾਰਨ ਕਰਕੇ ਆ ਜਾਂਦੀ। ਸੇਵਾ ਲਓ ਜੀ ਬਾਬਾ, ਸੇਵਾ। ਅਸੀਂ ਕਹਿੰਦੇ ਅਸੀਂ ਕੀ ਕਰਾਉਣਾ ਤੇਰੇ ਤੋਂ, ਅਸੀਂ ਤਾਂ ਦੇਸਾਂ ਪ੍ਰਦੇਸਾਂ 'ਚ ਪ੍ਰਚਾਰ ਕਰਨ ਜਾਣਾ। ਜੇ ਅਸੀਂ ਤੈਨੂੰ ਕਹਿੰਦੇ ਵੀ ਆ ਜਾ, ਇੱਥੇ ਤਾਂ ਬਿਲਡਿੰਗਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ, ਬੜਾ ਕੁਛ ਮਾਇਆ ਆ ਜਾਏਗੀ। ਨਾ ਜੀ, ਇੱਕ ਦਿਨ ਸਹਿਜ ਸਭਾ ਸੰਤ ਕਿਸ਼ਨ ਸਿੰਘ ਨੂੰ ਕਹਿੰਦੇ, ਕਿਸ਼ਨ ਸਿੰਘ ਮਾਇਆ ਬੜਾ ਜ਼ੋਰ ਪਾਉਂਦੀ, ਸੇਵਾ ਲਓ। ਉਹ ਕਹਿੰਦੇ ਲੈ ਲਓ ਜੀ ਸੇਵਾ। ਕਹਿੰਦੇ ਕਿਸ਼ਨ ਸਿੰਘ ਇੱਥੇ ਤਾਂ ਫਿਰ ਲੰਗਰ ਲੱਗਣਗੇ, ਇੱਥੇ ਤਾਂ ਬਿਲਡਿੰਗਾਂ ਬਣਨਗੀਆਂ, ਇੱਥੇ ਤਾਂ ਕਮਰੇ ਬਣਨਗੇ, ਇੱਥੇ ਤਾਂ ਸਕੂਲ ਕਾਲਜ ਬਣਨਗੇ, ਅਤੇ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਹੈ, ਮੇਰੇ ਤੋਂ ਨਹੀਂ ਕੰਮ ਹੁੰਦਾ। ਕਹਿੰਦੇ ਮੈਂ ਆਪੇ ਕਰ ਲਾਂਗਾ, ਆਉਣ ਦਿਓ। ਸਵੇਰੇ ਲਕਸ਼ਮੀ ਆਈ, ਕਹਿ ਚੰਗਾ ਭਾਈ ਕਰ ਸੇਵਾ। ਦੇਖੋ ਉੱਤੋਂ ਪੈਸਾ ਕੋਈ ਨਹੀਂ ਡਿੱਗਣਾ ਕਿਤੇ, ਕभी ਲਕਸ਼ਮੀ ਪਤਾ ਢੇਰ ਸੁੱਟ ਗਈ ਉੱਥੇ। ਇਸ ਤਰ੍ਹਾਂ ਨਹੀਂ ਹੋਇਆ ਕਰਦਾ, ਇਸ ਤਰ੍ਹਾਂ ਨਹੀਂ ਹੁੰਦਾ। ਬਸ ਬੰਦਿਆਂ ਦੇ ਸਾਰੇ ਦੇ ਵਿਚਾਰ ਬਦਲਦੇ, ਉਹ ਤੜਾ ਤੜ ਮਾਇਆ ਆਉਣ ਲੱਗ ਪਈ ਹੈ। ਬਿਲਡਿੰਗਾਂ ਬਣ, ਲੰਗਰ ਹਾਲ ਬਣ, ਲੰਗਰ ਲਾ, ਸਕੂਲ ਬਣ, ਇਹ ਬਣ, ਉਹ ਇਹ। ਉਹ ਤਾਂ ਆਪ ਹੀ ਰੋਕੀ ਰੱਖਦੇ ਨੇ ਵੀ ਸਾਨੂੰ ਤੇਰੀ ਲੋੜ ਹੈਗੀ। ਨਹੀਂ ਤਾਂ ਮਾਇਆ ਦੱਸ ਹੀ ਭਗਤਾਂ ਕੀ ਕਾਰ ਕਮਾਵੇ। ਮਾਇਆ ਤਾਂ ਨੌਕਰਾਣੀ ਬਣ ਕੇ ਭਗਤਾਂ ਦੀ ਸੇਵਾ ਕਰਦੀ। ਸੁਣ ਕੇ ਜੀ ਕਦੇ ਚੱਕ ਦਿਆਂਗੇ ਫਟੇ। ਕੋਸ਼ਿਸ਼ ਕਰਿਓ। ਆ ਫਿਰ ਐਵੇਂ ਗਰੀਬੀ 'ਚ ਭਟਕੀ ਜਾਣ ਦਾ ਕਿਆ ਫਾਇਦਾ ਹੈ। ਜੇ ਗੁਰੂ ਆ ਬਈ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਤੁਸੀਂ ਅਮੀਰ ਹੋਈ ਜਾਓਗੇ, ਹੋਈ ਜਾਓਗੇ, ਹੋਈ। ਹੁਣ ਮੇਰੇ ਕੋਲ ਆ ਜਾਂਦੇ ਨੇ ਵੀ ਸਾਡੀ ਕਮਾਈ 'ਚ ਬਰਕਤ ਹੈ ਨਹੀਂ ਜੀ, ਫਜ਼ੂਲ ਦਾ ਖਰਚਾ ਹੁੰਦਾ ਰਹਿੰਦਾ। ਫਿਰ ਅਸੀਂ ਨੂੰ ਪਾੜ ਦਿੰਦੇ, ਲੈ ਪਾੜ ਕਰ, ਪਾੜ ਕਰੀ ਜਾ, ਕਰੀ ਜਾ, ਕਰੀ ਜਾ, ਬਰਕਤ ਹੋ ਜਾਏਗੀ। ਬਰਕਤ ਹੋ ਗਈ ਹੈ। ਜੋ ਬਰਕਤ ਹੋ ਗਿਆ ਵਾਲਾ ਅਮੀਰ ਹੋ ਗਿਆ। ਪਾਠ ਨਹੀਂ ਕੀਤਾ ਨਾ, ਪਾਠ ਨੇ ਫਜ਼ੂਲ ਦੇ ਖਰਚੇ ਉਹਦੇ ਰੋਕਤੇ, ਆਪੇ ਬੱਚਤ ਹੋਣ ਲੱਗ ਪਈ। ਅਤੇ ਜਦ ਬੱਚਤ ਹੋਣ ਲੱਗ ਗਏ, ਇਹਦੇ ਬਾਅਦ ਆਪਾਂ ਅਮੀਰ ਹੋਣ ਲੱਗ ਗਏ। ਪਾਠ ਕਰੋ ਦੱਬ ਕੇ, ਨਾਮ ਜਪੋ, ਜ਼ਿੰਦਗੀ ਭਟਕਣ ਦੀ ਲੋੜ ਨਹੀਂ ਹੈਗੀ, ਗਰੀਬੀ ਦਬ ਰਹਿਣ ਦੀ ਲੋੜ ਨਹੀਂ ਹੈਗੀ। ਜਦੋਂ ਨਾਮ ਹੈ, ਨਾਮ 'ਚ ਤਾਕਤ ਹੀ ਇੰਨੀ ਕਿ 9 ਨਿਧੀਆਂ 18 ਸਿੱਧੀਆਂ ਤੁਹਾਡੇ ਮਗਰ ਮਗਰ ਲਾ ਦੇਣਗੀਆਂ ਨਹੀਂ। ਬਾਕੀ ਤਾਂ ਆਪਣੀ ਹਿੰਮਤ ਅਤੇ ਗੁਰੂ ਦੀ ਕਿਰਪਾ ਹੈ। ਗੁਰੂ ਮਹਾਰਾਜ ਕਹਿ ਸੱਚੇ ਪਾਤਸ਼ਾਹ ਮੈਂ ਵੱਧ ਤੋਂ ਵੱਧ ਨਾਮ ਜਪਾਂ, ਅਤੇ ਜਿਉਂ ਤੁਸੀਂ ਨਾਮ ਜਪੋਗੇ ਸਾਰੀ ਚੀਜ਼ ਆਪਣੇ ਆਪ ਹੀ ਆ ਜਾਣ, ਮੰਗਣ ਦੀ ਤਾਂ ਲੋੜ ਹੀ ਨਹੀਂ, ਇਹ ਤਾਂ ਆਪੇ ਹੀ ਆ ਜਾਣਗੀ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਜਦੋਂ ਗੁਰੂ ਮਹਾਰਾਜ ਦਿਆਲੂ ਹੈ, ਪਰਮਾਤਮਾ ਦੇ ਵਿੱਚ ਬੰਦਾ ਲੀਨ ਹੋ ਜਾਂਦਾ। ਸੱਚ ਪਰਮਾਤਮਾ, ਇਹ ਮਨੁੱਖ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ, ਉਹਦੇ ਵਿੱਚ ਸਮਾ ਜਾਂਦਾ ਹੈ। ਸ਼ਲੋਕ ਮਹਿਲਾ ਪਹਿਲਾ। ਸਿਰ ਖੁਹਾਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਹੀ, ਫੋਲ ਫਦੀਹਤ। ਫਦੀਹਤ ਫਾਰਸੀ ਦਾ ਸ਼ਬਦ ਹੈ, ਟੱਟੀ ਜਿਹਨੂੰ ਆਪਾਂ ਕਹਿੰਦੇ ਫਦੀਹਤ। ਫੋਲ ਫਦੀਹਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸੰਗਾਹੀ, ਭੇਡਾਂ ਵਾਂਗੀ ਸਿਰ ਖੋਹਾਇਨ, ਭਰੀਅਨ ਹੱਥ ਸੁਆਹੀ,
ਮਾਊ ਪੀਊ ਇਹ ਫਾਰਸੀ ਦੇ ਸ਼ਬਦ ਨੇ। ਆਪਾਂ ਮਾਂ ਕਹਿੰਦੇ ਹਾਂ, ਹਿੰਦੀ ਫਾਰਸੀ ਮਾਏ ਕਹਿੰਦੇ ਨੇ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਾਏ ਫਾਰਸੀ ਦਾ ਸ਼ਬਦ। ਇੱਕ ਮਹਾਂਪੁਰਖ ਬੋਲਦੇ ਆਨੰਦ ਪਿਆ ਮੇਰੀ ਮਾਏ, ਉਹ ਮਾਂ ਤੋਂ ਦੂਜੀ ਤਰ੍ਹਾਂ ਸਮਝਦੇ ਨੇ। ਮਾਏ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਮਾਂ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉੱਥੇ ਮਾਏ ਪੜ੍ਹਨ ਬੋਲਣ ਦੀ ਲੋੜ ਨਹੀਂ। ਮਾਏ ਫਾਰਸੀ ਦਾ ਸ਼ਬਦ। ਮਾਊ ਪੀਊ ਕਿਰਤ ਗਵਾਇਨ ਟੱਬਰ ਰੋਵਣ ਤਾਹੀਂ, ਉਨ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ, ਮੂਏ ਕਿਥਾਉ ਪਾਹੀਂ। 68 ਤੀਰਥ ਦੇਣ ਨ ਢੋਈ, ਬ੍ਰਹਮਣ ਅੰਨ ਨ ਖਾਹੀਂ। ਸਦਾ ਕੁਚੀਲ ਰਹੇ ਦਿਨ ਰਾਤੀ, ਮੱਥੇ ਟਿੱਕੇ ਨਾਹੀਂ। ਝੁੰਡੀ ਪਾਏ ਬਹਿਨ ਨਿਤ ਮਰਨੇ, ਦਾੜ ਦੀਵਾਨ ਨ ਜਾਹੀਂ। ਲੱਕੀ ਲੱਕ ਨਾਲ, ਲੱਕੀ ਕਾਸੇ ਹੱਥੀਂ ਤਥਨ ਬਿਹਾਰੀ ਬਿੰਦੀ। ਲੱਕੀ ਕਾਸੇ ਹੱਥੀਂ ਫੁੰਮਣ, ਅੱਗੋ ਪਿੱਛੀ ਜਾਹੀਂ। ਨਾ ਓਏ ਜੋਗੀ ਨਾ ਓਏ ਜੰਗਮ, ਨਾ ਓਏ ਕਾਜ਼ੀ। ਕਾਜ਼ੀ ਕਾਜੀ ਤਾਂ ਹੁੰਦਾ ਕੰਮ, ਕਾਜ਼ੀ ਮੁਸਲਮਾਨ ਜਿਹੜੇ ਫੈਸਲੇ ਕਰਦੇ। ਨਾ ਓਏ ਕਾਜ਼ੀ ਮੁੱਲਾਂ। ਦਈ ਇਹ ਸੰਸਕ੍ਰਿਤ ਦਾ ਸ਼ਬਦ ਹੈ। ਇਹਦੇ 3 ਸਰੂਪ ਨੇ, ਦੱਦਾ ਯਈਆ ਦਈ। ਉਹਦਾ ਅਰਥ ਹੈ ਹੇ ਰੱਬਾ। ਇੱਕ ਹੈ ਦੱਦਾ ਯਈਏ ਨੂੰ ਸਿਹਾਰੀ ਦਈ, ਰੱਬ ਨੇ ਰੱਬ ਦੇ। ਇੱਕ ਹੈ ਦੱਦਾ ਯਈਏ ਨੂੰ ਔਂਕੜ ਦਈ, ਉਹਦਾ ਮਤਲਬ ਰੱਬ। ਦਈ ਵਿਗੋਏ ਫਿਰੇ ਵਿਗੁੱਤੇ, ਫਿੱਟਾ ਵੱਤੈ ਗੱਲਾ। ਗੱਲਾ ਟੋਲੇ ਨੂੰ ਕਹਿੰਦੇ। ਜੀਆਂ ਮਾਰ ਜਿਵਾਲੇ ਸੋਈ, ਅਵਰ ਨ ਕੋਈ ਰੱਖੈ। ਦਾਨੋ ਤੈ ਇਸ਼ਨਾਨੋ ਵੰਝੇ, ਭਾਸ ਪਈ ਸਿਰ ਖੁੱਥੈ। ਪਾਣੀ ਵਿੱਚੋਂ ਰਤਨ ਉਪੰਨੇ, ਮੇਰ ਕੀਆ ਮਾਧਾਣੀ। 68 ਤੀਰਥ ਦੇਵੀ, ਦੇਵੀ ਭਾਵ ਦੇਵਤੇ। 68 ਤੀਰਥ ਦੇਵੀ ਥਾਪੇ, ਪੁਰਬੀ ਬੱਬੇ ਨੂੰ ਬਿਹਾਰੀ ਬਿੰਦੀ। ਪੁਰਬੀ ਲੱਗੈ ਬਾਣੀ, ਨਹਾਏ ਨਹਾਏ ਨਿਵਾਜ਼ਾ। ਨਹਾਤੈ ਪੂਜਾ, ਨਹਾਵਣ ਸਦਾ ਸੁਜਾਣੀ। ਮੋਇਆਂ ਜੀਵ ਦਿਆਂ ਗਤ ਹੋਵੇ, ਜਾਂ ਸਿਰ ਪਾਈਐ ਪਾਣੀ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ। ਇੱਕ ਜੈਨੀ ਹੁੰਦੇ ਨੇ। ਜੈਨੀਆਂ ਦੇ ਕਈ ਫਿਰਕੇ ਨੇ। ਉਹਨਾਂ 'ਚ ਇੱਕ ਫਿਰਕਾ ਸਰੇਵੜੇ। ਇਹ ਬਹੁਤ ਗੰਦੇ ਮੰਦੇ ਰਹਿੰਦੇ ਨੇ। ਜੈਨੀ ਦੇ ਸਾਫ ਸੁਥਰੇ ਰਹਿੰਦੇ ਨੇ, ਚਿੱਟੇ ਕੱਪੜੇ ਪਾ ਕੇ ਰਹਿੰਦੇ ਨੇ। ਮੂੰਹ 'ਤੇ ਇੱਕ ਪੱਟੀ ਵੀ ਬੰਨੀ ਹੁੰਦੀ ਉਹਨਾਂ ਨੇ, ਤਾਂ ਜੋ ਕੀੜਾ ਮਕੌੜਾ ਮੂੰਹ 'ਚ ਨਾ ਚਲੇ ਜਾਵੇ। ਜਿਵੇਂ ਸਾਰਾ ਸੰਸਾਰ ਇਸ ਵੇਲੇ ਜੈਨੀ ਹੋ ਗਿਆ ਹੈ। ਉਹ ਤਾਂ ਇਕੱਲਾ ਮੂੰਹ ਢੱਕਦੇ ਸੀ, ਨੱਕ ਵੀ ਢੱਕਦੇ ਅੱਜ ਕੱਲ੍ਹ ਢੱਕਦੇ ਨਾ। ਖੈਰ ਉਹ ਬੜੇ ਖੁਸ਼ ਹੁੰਦੇ ਨੇ, ਕਿਉਂ ਲੱਗ ਗਿਆ ਨਾ ਮੂੰਹ ਢੱਕਣ। ਹਾਂਜੀ ਖੈਰ ਉਹਨਾਂ 'ਚ ਇੱਕ ਸਰੇਵੜੇ ਹੁੰਦੇ ਨੇ ਜਿਹੜੇ ਗੰਦੇ ਮੰਦੇ ਰਹਿੰਦੇ। ਉਹਨਾਂ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ। ਸਿਰ ਖੁਹਾਏ, ਸਿਰ ਪਟਾਉਣਾ ਮੋਚਨੇ ਨਾਲ, ਵਾਲ ਪੁੱਟਣੇ। ਕਈ ਤਾਂ ਉਸ ਤਰ੍ਹਾਂ ਨਾਲ ਮੁੰਨਦੇ ਨੇ, ਕਈ ਵਾਲ ਪੁੱਟਦੇ ਨੇ। ਜੇ ਮੇਰਾ ਦੋਸਤ ਸੀ, ਮੈਂ ਉਹਨੂੰ ਮਿਲਣ ਗਿਆ, ਉੱਥੇ ਇੱਕ ਮੁੰਡੇ ਨੇ ਜੈਨ ਧਰਮ ਗ੍ਰਹਿਣ ਕਰਨਾ ਸੀ। ਉਹ ਕਹਿੰਦਾ ਆ ਤੈਨੂੰ ਵਿਖਾ ਕੇ ਲਿਆਵਾਂ। ਅਸੀਂ ਮੰਦਰ ਚਲੇ ਗਏ, ਜੈਨ ਮੰਦਰ। ਉਹਨਾਂ ਨੇ ਮੁੰਡੇ ਨੂੰ ਬਿਠਾ ਲਿਆ। ਉਸ ਤਰ੍ਹਾਂ ਦੇ ਨਾਲ ਉਹਦਾ ਸਿਰ ਜਿਹੜਾ ਹੈ ਸਾਰਾ ਮੁੰਨਤਾ, ਵਿੱਚ ਬੋਧੀ ਰੱਖ ਲਈ। 10-15 ਵਾਲ ਰੱਖ ਲੈਣੇ, ਬਾਕੀ ਸਾਰ ਐਂ ਰਗੜਤਾ ਹੈ, ਟਿੰਡ ਕੱਢਤੀ ਉਹਦੀ। ਫਿਰ ਮੋਚਨਾ ਲੈ ਕੇ ਉਹਦੇ ਇੱਕ ਇੱਕ ਵਾਲ ਪੁੱਟਦੇ ਨੇ। ਜਦੋਂ ਵਾਲ ਪੁੱਟਦੇ ਉਹ ਸੀ ਕਰਦਾ, ਅਤੇ ਉਹ ਫਿਰ ਜਿਹੜਾ ਪੁੱਟਣਾ ਕਹਿ ਰਿਹਾ ਅਬ ਦੁੱਖ ਫਿਰ ਸੁੱਖ। ਉਹ ਫਿਰ ਵਾਲ ਪੁੱਟਦਾ, ਉਹ ਸੀ ਕਹਿੰਦਾ ਦਰਦ, ਕਹਿੰਦਾ ਅਬ ਦੁੱਖ ਫਿਰ ਸੁੱਖ। ਇਸ ਤਰ੍ਹਾਂ ਕਰਦੇ ਕਰਦੇ ਉਹਦੇ ਸਾਰੇ ਵਾਲ ਪੁੱਟਦੇ, ਉਹਦੇ ਸਾਰੇ ਵਾਲ ਪੁੱਟਦੇ। ਫਿਰ ਜੋ ਉਹਨਾਂ ਨੂੰ ਮੰਤਰ ਦੇਣਾ ਸੀ ਜੈਨਾਂ ਨੇ, ਉਹਨਾਂ ਦੀ ਆਪਣੀ ਭਾਸ਼ਾ ਸੀ, ਜਿਸ 'ਚ ਉਹਨਾਂ ਮੁਝੇ ਬੋਧੀਆਂ ਦੀ ਆਪਣੀ ਭਾਸ਼ਾ ਹੈ, ਜੈਨੀਆਂ ਦੀ ਆਪਣੀ ਭਾਸ਼ਾ। ਖੈਰ ਇਹਨਾਂ ਦੇ ਸਿਰ ਫਿਰ ਨਾ ਵਾਲ ਪੁੱਟਦੇ ਨੇ। ਸਿਰ ਖੁਆਏ, ਸਿਰ ਦੇ ਵਾਲ ਪਟਾਉਂਦੇ ਨੇ। ਪੀਏ ਮਲ ਬਾਣੀ, ਮਲ ਬਾਣੀ ਮੈਲਾ ਪਾਣੀ, ਗੰਦਾ ਪਾਣੀ।
ਗੰਦਾ ਪਾਣੀ ਪੀਂਦੇ ਨੇ, ਸਾਫ਼ ਨਹੀਂ ਪੀਂਦੇ, ਗੰਦਾ ਪਾਣੀ ਪੀਂਦੇ ਨੇ। ਝੂਠਾ ਮੰਗ ਮੰਗ ਖਾਹੀਂ, ਫਿਰ ਕਹਿੰਦੇ ਸਾਨੂੰ ਝੂਠ ਦਿਓ, ਮੰਗਣ ਜਾਂਦੇ ਨੇ ਸਾਨੂੰ ਝੂਠੀ ਸਬਜ਼ੀ, ਝੂਠੀ ਦਾਲ, ਝੂਠਾ ਅੰਨ ਉਹ ਦਿਓ ਤੁਸੀਂ। ਝੂਠਾ ਮੰਗ ਮੰਗ ਖਾਹੀਂ, ਫੋਲ ਫਦੀਹਤ, ਆਪ ਟੱਟੀ ਫਿਰਦੇ ਨੇ, ਫਿਰ ਉਹਨੂੰ ਤੀਲੇ ਨਾਲ ਫਰੋਲਦੇ ਨੇ। ਲੈਣ ਪੜਾਸਾ, ਫਿਰ ਉਹ ਸਾਹ ਅੰਦਰ ਨੂੰ ਖਿੱਚਦੇ ਨੇ, ਬਦਬੂ ਅੰਦਰ ਲੈ ਜਾਂਦੇ ਨੇ। ਦੇਖੋ ਕਿਆ ਕਿਆ ਕੈਸੇ ਕੈਸੇ ਲੋਕ ਸਨ। ਕਚਿਆਣ ਆਉਂਦੀ ਹੈ ਪੜ੍ਹ ਕੇ, ਜਿੰਨਾ ਚਿਰ ਨਹੀਂ ਪਤਾ ਫੋਲ ਫਦੀਅਤ ਕੀ ਛੜੀ ਸਰੀ ਜਾਂਦਾ, ਜਦੋਂ ਸਮਝ ਆਉਂਦੀ ਹੈ ਵੀ ਹੈ ਆਪ ਹੀ ਟੱਟੀ ਫਿਰ ਕੇ ਬਾਅਦ 'ਚ ਉਹਨੂੰ ਤੀਲੇ ਨਾਲ ਫਰੋਲਣਾ ਹੈ ਕਿ ਫਰੋਲਣਾ, ਫਿਰ ਬਦਬੂ ਬਾਹਰ ਨਿਕਲਦੇ ਨੇ। ਲੈਣ ਪੜਾਸਾ, ਅੰਦਰ ਨੂੰ ਸਾਹ ਖਿੱਚਦੇ ਨੇ, ਐਂ ਕਰਦੇ। ਫੋਲ ਫਦੀਹਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸੰਗਾਹੀਂ, ਅਤੇ ਪਾਣੀ ਵੇਖ ਕੇ ਸੰਗਦੇ ਨੇ, ਭਾਵ ਨਹਾਉਂਦੇ ਧੋਂਦੇ ਨਹੀਂ ਹੈਗੇ, ਨਹਾਉਂਦੇ ਧੋਂਦੇ। ਭੇਡਾਂ ਵਾਂਗੀ ਸਿਰ ਖੋਹਣ, ਜਿਵੇਂ ਆਪਾਂ ਭੇਡਾਂ ਦੇ ਸਿਰ ਮੁੰਨਦੇ ਹਾਂ, ਇਸ ਤਰ੍ਹਾਂ ਭੇਡਾਂ ਦੀ ਤਰ੍ਹਾਂ ਸਿਰ ਮਨਾਉਂਦੇ ਨੇ। ਭਰੀਆਂ ਹੱਥ ਸੁਆਹੀ, ਅਤੇ ਸੁਆਹ ਨਾਲ ਹੱਥ ਲਪੇਟ ਲੈਂਦੇ ਨੇ। ਭਰੀਆਂ ਤੋਂ ਬਾਅਦ ਲਿਬੜ ਦੋ, ਜੇ ਭਰੀਆ ਮਤ ਪਾਪਾਂ ਕੇ ਸੰਗ, ਇੱਥੇ ਭਰੀਆ ਤੋਂ ਭਰਨ ਤੋਂ ਭਾਵ ਨੇ ਲਿਬੜਨ ਤੋਂ ਆ। ਪਾਕਿਸਤਾਨ 'ਚ ਕਹਿੰਦੇ ਉਹ ਯਾਰ ਤੂੰ ਮੇਰੇ ਕੱਪੜੇ ਭਰਤੇ ਮਿੱਟੀ ਨਾਲ, ਉੱਥੇ ਕਹਿੰਦੇ, ਇੱਥੇ ਕਹਿੰਦੇ ਤੂੰ ਮੇਰੇ ਕੱਪੜੇ ਚਿੱਕੜ ਨਾਲ ਲਪੇਟਤੇ, ਉੱਥੇ ਕਹਿੰਦੇ ਤੂੰ ਮੇਰੇ ਕੱਪੜੇ ਚਿੱਕੜ ਨਾਲ ਭਰਤੇ। ਭਰਤੇ ਜਿਵੇਂ ਘੜਾ ਭੱਜ ਗਿਆ ਟੁੱਟ ਗਿਆ, ਇੱਥੇ ਘੜਾ ਟੁੱਟ ਗਿਆ, ਉੱਥੇ ਕਿ ਘੜਾ ਭੱਜ ਗਿਆ ਹੈ। ਜਦੋਂ ਫਿਰ ਇੱਧਰ ਆਏ ਕਹਿੰਦੇ ਕਿੱਥੇ ਭੱਜ ਗਿਆ, ਬੱਚੇ ਦੂਜੇ ਹੱਸਦੇ ਸੀ। ਹਾਂਜੀ, ਫਿਰ ਹੌਲੀ ਹੌਲੀ ਇੱਧਰਲੀ ਭਾਸ਼ਾ ਹੋ ਗਈ, ਕਿਉਂਕਿ ਮੈਂ ਉੱਧਰ ਪੈਦਾ ਹੋਇਆ ਸੀ, ਮੈਨੂੰ ਦੋਨੋਂ ਆਉਂਦੀਆਂ ਨੇ। ਕਿਉਂ ਜਿਹੜੇ ਤੇ ਪੜ੍ਹੇ ਲਿਖੇ ਨੇ ਉਹਨਾਂ ਤਾਂ ਭਾਸ਼ਾ ਹੌਲੀ ਹੌਲੀ ਬਦਲ ਜਾਂਦੀ, ਕਿਤਾਬੀ ਹੋ ਜਾਂਦੀ ਹੈ। ਜਦੋਂ ਫਿਰ ਮੈਂ ਘਰ ਜਾਂਦਾ, ਉਹ ਜਿਹੜੇ ਪਿਤਾ ਜੀ ਵੀ ਉਹ ਪਾਕਿਸਤਾਨੀ ਬੋਲਦੇ ਸਨ, ਦੂਜੇ ਉਹ ਫਿਰ ਉਹ ਕੁਝ ਸ਼ਬਦ ਤਾਜ਼ੇ ਰਹਿੰਦੇ ਸੀ, ਇਸ ਲਈ ਮੈਨੂੰ ਪਾਕਿਸਤਾਨੀ ਸ਼ਬਦ ਵੀ ਆਉਂਦੇ ਨੇ ਅਤੇ ਹਿੰਦੁਸਤਾਨ ਵੀ ਆਉਂਦੇ ਨੇ। ਹਾਂਜੀ, ਸੋ ਤਾਂ ਮੈਂ ਫਿਰ ਕਦੇ ਕਦੇ ਉਦਾਹਰਨ ਦਿੰਦਾ ਵੀ ਇੱਥੇ ਆਹ ਕਹਿੰਦੇ ਨੇ, ਉੱਥੇ ਆਹ ਕਿਆ ਕਰਦੇ। ਜਿਵੇਂ ਉੱਥੇ 1 2 3 ਕਹਿੰਦੇ ਸੀ, ਇੱਥੇ ਆਇਆ ਮੈਂ ਪਹਿਲੀ ਜਦੋਂ ਮੈਂ ਕਿਹਾ ਇੱਕ ਟੀਚਰ ਗਿਣਤੀ ਸੁਣਾ, ਮੈਂ ਕਿਹਾ ਜੀ 1 2 3, ਜਦੋਂ ਐਂ ਕਿਹਾ ਮੁੰਡੇ ਹੱਸ ਪਏ। ਉਹ ਟੀਚਰ ਵੀ ਪਾਕਿਸਤਾਨ ਤੋਂ ਆਇਆ ਸੀ, ਉਹਨੂੰ ਪਤਾ ਸੀ। ਉਹ ਕਹਿੰਦਾ ਓਏ ਹੱਸਦੇ ਕਿਉਂ? ਕਹਿ ਜੀ 3 ਕਹਿੰਦਾ, ਕਹਿੰਦੇ ਪਾਕਿਸਤਾਨ 'ਤੇ ਮੁੰਡਾ ਆਇਆ, ਉੱਥੇ 3 ਨੂੰ 3 ਹੀ ਕਹਿੰਦੇ ਹੁੰਦੇ ਸੀ। ਹੌਲੀ ਹੌਲੀ ਆਪੇ ਦੇ ਮੂੰਹ 3 ਚੜ੍ਹ ਜੇ, ਫਿਰ ਹੌਲੀ ਹੌਲੀ 3 ਕਹਿਣ ਲੱਗ ਪਿਆ। ਸੋ ਥਾਵਾਂ ਅੱਡ ਅੱਡ ਥਾਵਾਂ ਥੋੜ੍ਹੀ ਬੋਲੀਆਂ ਬਦਲ ਜਾਂਦੀਆਂ ਹਨ। ਸੋ ਇਸ ਲਈ ਕਹਿੰਦੇ ਫੋਲ ਫਦੀਹਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸੰਗਾਹੀਂ, ਪਾਣੀ ਦੇਖ ਕੇ ਸੰਗਦੇ ਨੇ, ਭਾਵ ਨਹਾਉਂਦੇ ਧੋਂਦੇ ਨਹੀਂ ਹੈਗੇ। ਭੇਡਾਂ ਵਾਂਗੀ ਸਿਰ ਖੁਹਾਣ, ਜਿਵੇਂ ਭੇਡਾਂ ਨੂੰ ਅਸੀਂ ਮੁੰਨਦੇ ਹਾਂ, ਕਹਿੰਦੇ ਇਸ ਤਰ੍ਹਾਂ ਆਪਣੇ ਸਿਰ ਮੁੰਨਦੇ ਨੇ। ਭਰੀਆਂ ਹੱਥ ਸੁਆਹੇ, ਅਤੇ ਸੁਆਹ ਨਾਲ ਆਪਣੇ ਹੱਥਾਂ ਨੂੰ ਲਵੇੜ ਲੈਂਦੇ ਨੇ। ਮਾਊ ਪੀਊ ਕਿਰਤ ਗਵਾਇਨ, ਮਾਂ ਪਿਓ ਜਿਹੜਾ ਕੰਮ ਕਰਦੇ ਸੀ ਉਹ ਕੰਮ ਨਹੀਂ ਕਰਦੇ ਹੈਗੇ, ਕੰਮ ਛੱਡ ਬੈਠੇ ਨੇ, ਘਰ-ਬਾਰ ਛੱਡ ਦਿੱਤਾ ਹੈ। ਟੱਬਰ ਰੋਵਣ ਤਾਂ ਹੀ, ਮਗਰ ਬੱਚੇ ਪਰਿਵਾਰ ਹੁੰਦਾ ਤਾਂ ਮਾਰ ਮਾਰ ਕੇ। ਕਮਾਉਣ ਵਾਲਾ ਬਾਹਰ ਚਲਿਆ ਗਿਆ, ਫਿਰ ਬਾਕੀ ਪਰਿਵਾਰ ਕਿਆ ਕਰੇਗਾ ਬਈ। ਇਹ ਤਾਂ ਪੜ੍ਹਾਈਆਂ ਹੋ ਗਈਆਂ, ਬੀਬੀਆਂ ਪੜ੍ਹ ਗਈਆਂ ਨੇ। ਮੈਂ ਸ਼ੁਰੂ ਤੋਂ ਹੀ ਕਹਿੰਦਾ ਉਹਨਾਂ ਨੂੰ ਕਿ ਭਾਈ ਲੜਕੀਆਂ ਨੌਕਰੀ ਭਾਵੇਂ ਨਾ ਕਰੋ, ਲੜਕੀਆਂ ਨੂੰ ਪੜ੍ਹਾਓ ਜ਼ਰੂਰ। ਰੱਬ ਨਾ ਕਰੇ ਉਹਦੇ ਹਸਬੈਂਡ ਦੀ ਡੈਥ ਹੋ ਜਾਏ, ਫਿਰ ਪਰਿਵਾਰ ਨੂੰ ਕਿਵੇਂ ਪਾਲੇਗੀ? ਉਹ ਅਨਪੜ੍ਹ ਹੈ, ਫਿਰ ਦਿਹਾੜੀ ਵੀ ਕਰੇਗੀ ਜੀ, ਭਾਂਡੇ ਮਾਂਜੇਗੀ ਲੋਕਾਂ ਦੇ ਘਰਾਂ 'ਚ। ਇੱਥੇ ਸਾਡੇ ਗੁਆਂਢ 2-3 ਘਰ ਛੱਡ ਕੇ ਬੰਦਾ ਆਫਿਸਰ ਸੀ, ਆਫਿਸਰ ਕਾਡਰ ਸੀ, ਉਹ ਘਰ ਵਾਲੀ 8 ਜਮਾਤਾਂ ਪੜ੍ਹੀ ਸੀ, ਬੰਦੇ ਦੀ ਡੈਥ ਹੋ ਗਈ। ਹੁਣ ਘਰ ਵਾਲੀ ਨੌਕਰੀ ਦੇਣੀ ਹੈ, 8 ਵਾਲੇ ਪੀਣ ਲੱਗਦੇ ਸੀ। ਅਫਸਰ ਦੀ ਘਰ ਵਾਲੀ ਦਫ਼ਤਰ 'ਚ ਪੀਣ ਲੱਗੇ, ਇਹ ਵੀ ਦਫ਼ਤਰ ਵਾਲੇ ਚੰਗਾ ਨਾ ਲੱਗਾ, ਨੌਕਰੀ ਤਾਂ ਦੇਤੀ ਉਹਨੂੰ ਕਹਿੰਦੇ ਬੀਬਾ ਤੂੰ ਮਹੀਨੇ ਬਾਅਦ ਆ ਕੇ ਤਨਖਾਹ ਲੈ ਜਾ ਕਰ, ਵੀ ਚੰਗਾ ਨਹੀਂ ਲੱਗਦਾ, ਤੂੰ ਐਡੇ ਵੱਡੇ ਅਫਸਰ ਦੀ ਘਰ ਵਾਲੀ ਹੈ ਅਤੇ ਤੂੰ ਇੱਥੇ ਪੀਣ ਲੱਗੇ ਹਨ। ਫਿਰ ਉਹ ਨਕਲ ਮਰਵਾ ਕੇ ਉਹਨੂੰ ਮੈਟ੍ਰਿਕ ਕਰਾ ਦੇ, ਮੈਟ੍ਰਿਕ ਕਰਾ ਕੇ ਉਹਨੂੰ ਕਲਰਕ ਰੱਖ ਲਿਆ, ਅਤੇ ਚਲੋ ਠੀਕ ਆ, ਲਗਾ ਕੀ ਲੱਗੇ ਕਲਰਕ ਲੱਗੇ ਹਨ। ਹੁੰਦਾ ਕਿ ਨਹੀਂ ਔਖਾ?
ਮੈਂ ਸ਼ੁਰੂ ਤੋਂ ਇਸ ਵਿਚਾਰਦਾ ਕਿ ਲੜਕੀਆਂ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ। ਮੰਨ ਲਓ ਘਰ ਸਰਵਿਸ ਕਰਦਾ ਹੈ, ਅਤੇ ਜੇ ਲੜਕੀ ਭਾਵੇਂ ਨਹੀਂ ਵੀ ਸਰਵਿਸ ਕਰਦੀ, MA ਪਾਸ ਹੈ, ਤਾਂ ਘੱਟ ਤੋਂ ਘੱਟ ਚੱਜ ਦੀ ਨੌਕਰੀ ਦੇ ਘਰ ਵਾਲੇ ਤੋਂ ਵੱਧ ਮਿਲ ਜਾਏਗੀ ਨਾ। ਕੋਈ ਇੱਜ਼ਤ ਵਾਲੀ ਨੌਕਰੀ ਮਿਲੇਗੀ, ਕੋਈ ਪੀਣ 'ਤੇ ਨਹੀਂ ਨਾ ਲੱਗੇਗੀ। ਉਹ ਨਹੀਂ ਨੌਕਰੀ ਵੀ ਕੋਈ ਗੱਲ ਨਾ ਮਿਲੇ, ਪੜ੍ਹਾਈ ਤਾਂ ਪੜ੍ਹਾਈ ਹੋਈ ਹੈ, ਆਪਣੇ ਬੱਚੇ ਨੂੰ ਪੜ੍ਹਾਈ ਜਾਏਗੀ। ਮਾਂ ਪੜ੍ਹੀ ਲਿਖੀ ਹੋਵੇਗੀ, ਜ਼ਰੂਰੀ ਤਾਂ ਫਿਰ ਸਾਡੇ ਬੱਚੇ ਜਿਹੜੇ ਪਹਿਲੀ ਦੂਜੀ ਟਿਊਸ਼ਨਾਂ ਜਾ ਕੇ ਕਰਨ, ਮਾਂ ਘਰ 'ਚ ਪੜ੍ਹਾਈ ਜਾਏਗੀ। ਸੋ ਇਸ ਲਈ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ, ਅਤੇ ਬੀਬੀਆਂ ਨੂੰ ਪੜ੍ਹਨਾ ਚਾਹੀਦਾ। ਪਤਾ ਨਹੀਂ ਕਿਸ ਵੇਲੇ ਮਾੜਾ ਸਮਾਂ ਜੇ ਕੋਈ ਪਤਾ ਨਹੀਂ ਹੁੰਦਾ। ਕਈ ਵਾਰੀ ਜ਼ਿੰਦਗੀ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ, ਅਚਾਨਕ ਇਹ ਦੁਰਘਟਨਾ ਵਾਪਰ ਜਾਂਦੀ, ਸਾਰਾ ਘਰ ਹੀ ਪੁੱਠਾ ਜਾ ਪੈਂਦਾ। ਸੋਚਿਆ ਵੀ ਨਹੀਂ ਹੁੰਦਾ ਬੰਦੇ ਨੇ ਕਈ ਵਾਰੀ ਜ਼ਿੰਦਗੀ 'ਚ ਵੀ ਐਂ ਵੀ ਹੋਊਗਾ, ਉਸ ਤਰ੍ਹਾਂ ਵੀ ਹੋ ਜਾਂਦਾ। ਇਸ ਲਈ ਹਰ ਹਾਲਤ ਲਈ ਬੰਦੇ ਨੂੰ ਪਹਿਲਾਂ ਤਿਆਰ ਰਹਿਣਾ ਚਾਹੀਦਾ ਹੈ। ਹੁਣ ਆਪਣਾ ਤਿਆਰੀ ਰੱਖਣੀ ਚਾਹੀਦੀ ਵੀ ਕੁਝ ਵੀ ਜ਼ਿੰਦਗੀ 'ਚ ਹੋ ਸਕਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਮਾਂ ਪਿਓ ਜਿਹੜੀ ਕਿਰਤ ਕਰਦੇ ਸਨ, ਉਹ ਕਿਰਤ ਛੱਡਤੀ ਹੈ। ਘਰ-ਬਾਰ ਛੱਡ ਕੇ ਚਲੇ ਗਏ ਨੇ। ਟੱਬਰ ਰੋਵਣ ਤਾਂ ਹੀ ਉਹਨਾਂ ਦੇ ਪਰਿਵਾਰ ਮਗਰੋਂ ਧਾਹਾਂ ਮਾਰ ਮਾਰ ਕੇ ਰੋਂਦੇ ਨੇ। ਉਹਨਾਂ ਪਿੰਡ ਨਾ ਪੱਤਲ ਕਿਰਿਆ। ਉਹ ਜਦ ਮਰਦੇ ਨੇ, ਕਿਸੇ ਨੇ ਪਿੰਡ ਨਹੀਂ ਭਰਾਉਣਾ, ਨਹੀਂ ਤਾਂ ਮਗਰੋਂ ਹਿੰਦੂ ਵੀਰ ਜਿਹੜੇ ਨੇ ਉਹ ਮਰਨ ਤੋਂ ਬਾਅਦ ਕਿੰਨਾ ਕੁਛ ਕਰਦੇ ਨੇ। ਉਹਨਾਂ ਦੇ ਮਰਤਬਾ ਨਾ ਕੋਈ ਪਿੰਡ ਪੜਦਾ, ਨਾ ਪੱਤਲ ਤਾਂ ਕੋਈ ਭੋਜਨ ਰੱਖ ਕੇ ਦਾਨ ਪੁੰਨ ਕਰਦਾ ਹੈ, ਨਾ ਕੋਈ ਨੇ ਮਰੇ ਤਾਂ ਦੀਵਾ ਜਗਾਉਂਦਾ, ਕੋਈ ਮੂੰਹ ਇੱਕ ਥਾਂ ਪਾਹੀਂ ਪਤਾ ਨਹੀਂ ਮਰ ਕੇ ਕਿੱਥੇ ਜਾਂਦੇ ਨੇ। ਮਗਰ ਉਹਨਾਂ ਦੇ ਕਿਰਿਆ ਕਰਮ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ। 68 ਤੀਰਥ ਦੇਣ ਨਾ ਢੋਈ। ਇਹੋ ਜਿਹੇ 68 ਤੀਰਥ ਵੀ ਢੋਈ ਨਹੀਂ ਦਿੰਦੇ। ਕਿਉਂ ਨਹਾਉਂਦਾ ਹੀ ਨਹੀਂ ਇਹ ਨਹਾਉਂਦਾ ਹੀ ਨਹੀਂ ਜਦੋਂ, ਅਤੇ ਉੱਥੇ ਤੀਰਥ ਕੀ ਕਰਨਗੇ। ਮੈਂ ਗੰਗਾ ਦੇ ਕਿਨਾਰੇ ਬੈਠਾ ਅਤੇ ਪਿਆਸਾ ਮਰ ਜਾ, ਤਾਂ ਫਿਰ ਮੈਨੂੰ ਕੌਣ ਸਿਆਣਾ ਕਹੇਗਾ ਵੀ ਭਾਈ ਹੇਠਾਂ ਉਤਰ ਕੇ ਪਾਣੀ ਪੀ ਲੈ। ਇਸ ਲਈ ਨਹਾਉਣਾ ਹੀ ਨਹੀਂ, ਅਤੇ 68 ਤੀਰਥ ਵੀ ਕਹਿੰਦੇ ਕਿਹੜੀ ਇਹਨਾਂ ਢੋਈ ਦੇਣਗੇ। ਬ੍ਰਾਹਮਣ ਅੰਨ ਨਾ ਖਾਏ। ਇਹਨਾਂ ਦੇ ਹੱਥ ਦਾ ਬ੍ਰਾਹਮਣ ਅੰਨ ਨਹੀਂ ਖਾਂਦੇ। ਵੇ ਗੰਦੇ ਮੰਦੇ ਨੇ, ਕੌਣ ਇਹਨਾਂ ਦਾ ਖਾਏਗਾ। ਸਦਾ ਕੁਚੀਲ ਰਹੇ ਦਿਨ ਰਾਤ ਗੰਦੇ ਰਹਿੰਦੇ। ਕੁਚੀਲ ਗੰਦੇ ਰਹਿੰਦੇ। ਮੱਥਾ ਟਿੱਕੇ ਨਾ ਕੋਈ ਨਹਾਉਣਾ, ਨਾ ਕੋਈ ਮੱਥੇ 'ਤੇ ਟਿੱਕਾ ਲਾਉਣਾ। ਮੱਥੇ ਟਿੱਕਾ ਤਾਂ ਹੀ ਲਾਵਾਂਗੇ ਅਸੀਂ ਜੇ ਨਹਾਤੇ ਧੋਤੇ ਆਵਾਂਗੇ। ਆ ਬੀਬੀਆਂ ਵੀ ਕਈ ਵਾਰੀ ਜਿਹੜੀ ਜੇ ਹਿੰਦੂ ਦੇ ਨੇੜੇ ਰਹਿੰਦੇ ਨੇ ਇਲਾਕੇ 'ਚ, ਜਾਂ ਇਹਨਾਂ ਦੀ ਸਹੇਲੀਆਂ, ਇਹ ਵੀ ਆ ਬਿੰਦੀ ਬੁੰਦੀ ਲਾਉਂਦੀਆਂ ਸੀ ਪਹਿਲਾਂ ਮੱਥੇ 'ਤੇ, ਹੁਣ ਹੌਲੀ ਹੌਲੀ ਹਟ ਫੁੱਟ ਗਈਆਂ। ਸਿੱਖ ਬੀਬੀਆਂ ਵੀ ਬਿੰਦੀ ਲਾਉਂਦੀਆਂ ਸੀ ਇੱਥੇ, ਹੁਣ ਥੋੜ੍ਹਾ ਰਿਵਾਜ਼ ਘੱਟ ਗਿਆ, ਹੁਣ ਬਿੰਦੀ ਲਾਉਣੋਂ ਹਟ ਗਈਆਂ ਨੇ। ਸਿੱਖ ਬੀਬੀਆਂ ਪਹਿਲਾਂ ਜਿਹੜੀ ਹੈ ਸਾੜੀਆਂ ਵੀ ਬੰਨ੍ਹਦੀਆਂ ਹੁੰਦੀਆਂ ਸਨ, ਹੁਣ ਉਹ ਵੀ ਰਿਵਾਜ਼ ਘੱਟ ਗਏ। ਹਿੰਦੂਆਂ 'ਚ ਵੀ ਸਾੜੀ ਦਾ ਰਿਵਾਜ਼ ਘੱਟ ਗਿਆ, ਸਿੱਖ ਬੀਬੀਆਂ 'ਚ ਵੀ ਘੱਟ ਗਿਆ। ਮੱਥੇ 'ਤੇ ਕਦੇ ਟਿੱਕੇ ਨਹੀਂ ਲਾਉਂਦੇ। ਝੁੰਡੀ ਪਾਏ ਬਹਿਨ ਨਿਤ ਮਰਨੇ। ਜਿਵੇਂ ਆਪਾਂ ਅਫਸੋਸ ਕਰਨ ਜਾਈਏ, ਮਰਗ 'ਤੇ ਜਾਈਏ, ਆਮ ਤੌਰ ਸਿਰ ਨੀਵੇਂ ਰੱਖਦੇ ਨੇ। ਝੁੰਡੀ ਪਾਏ ਹੁੰਦਾ ਧੌਣ ਨੀਵੀਂ ਕਰ ਲੈਣ। ਇਹ ਕਦੇ ਧੌਣ ਨੀਵੀਂ ਕਰਕੇ ਬੈਠੇ ਰਹਿੰਦੇ ਨੇ, ਜਿਵੇਂ ਮਰਗ 'ਤੇ ਆਏ ਹੋਣ। ਦੜ ਦੀਵਾਨ ਨਾ ਜਾਈ। ਦੜ ਦੀਵਾਨ ਦਾ ਸਤ ਸੰਗਤ, ਅਤੇ ਕਿਸੇ ਸਤ ਸੰਗਤ 'ਚ ਨਹੀਂ ਜਾਂਦੇ। ਲੱਕੀ ਕਸ। ਇਹਨਾਂ ਦੇ ਲੱਕਾਂ ਦੇ ਕਮਰਾਂ ਦੇ ਨਾਲ ਜਿਹੜਾ ਹੈ ਕਾਸਾ, ਪਿਆਲੇ ਨੂੰ ਕਹਿੰਦੇ। ਕਾਸਾ ਫਾਰਸੀ ਦਾ ਸ਼ਬਦ ਹੈ, ਜਿਹਦਾ ਮਤਲਬ ਕੱਪ ਜਾਂ ਪਿਆਲਾ। ਲੱਕਾਂ ਦੇ ਨਾਲ ਇਹਨਾਂ ਨੇ ਆਪਣੇ ਕੱਪ ਬੰਨੇ ਹੁੰਦੇ ਨੇ। ਹੱਥੀਂ ਫੁੰਮਣ। ਇੱਕ ਤਾਂ ਹੁੰਦਾ ਮਾਂਜਾ, ਜਿਸ ਤੀਲਾਂ ਹੁੰਦੀਆਂ, ਇੱਕ ਹੁੰਦਾ ਝਾੜੂ, ਉਹਨੂੰ ਫੁੰਮਣ ਕਹਿੰਦੇ। ਮਾਂਜਾ ਇੱਕ ਤਾਂ ਮਾਂਜਾ ਹੁੰਦਾ, ਇੱਕ ਝਾੜੂ ਹੁੰਦਾ। ਜਿੱਥੇ ਤੇ ਕੱਚੇ ਘਰ ਨੇ, ਕੱਚੇ ਵਿਹੜੇ ਨੇ, ਉੱਥੇ ਮਾਂਜੇ ਫੇਰੇ ਜਾਂਦੇ ਨੇ। ਆਪਣੇ ਐਨ ਫਰਸ਼ ਪੱਕੇ ਹੁੰਦੇ ਨੇ, ਆਪਾਂ ਝਾੜੂ ਫੇਰਦੇ ਹਾਂ। ਐਕਚੁਅਲੀ ਤਾਂ ਝਾੜੂ ਇਸ ਲਈ ਬਣਿਆ ਸੀ ਕੰਧਾਂ ਕੁੰਧਾਂ 'ਚ ਝਾੜਨ ਲਈ, ਉਹ ਤਾਂ ਇਸ ਲਈ ਝਾੜੂ ਸੀ ਨਾ। ਝਾੜੂ ਦਾ ਮਤਲਬ ਉਹ ਚੀਜ਼ ਜਿਹੜੀ ਝਾੜਦੀ ਹੈ ਦੂਜਿਆਂ ਨੂੰ। ਚਲੋ ਉਸ ਤੋਂ ਅਸੀਂ ਫਰਸ਼ ਨੂੰ ਸਾਫ਼ ਕਰਨ ਦਾ ਵੀ ਕੰਮ ਲੈਤਾ, ਉਹਨੂੰ ਕਹਿੰਦੇ ਫੁੰਮਣ। ਲੱਕ ਦੇ ਨਾਲ ਪਿਆਲੇ ਬੰਨੇ ਹੋਏ ਨੇ, ਹੱਥਾਂ 'ਚ ਝਾੜੂ ਫੜੇ ਹੋਏ ਨੇ। ਅੱਗੋਂ ਪਿੱਛੇ ਜਾਈ, ਅਤੇ ਲਾਈਨ 'ਚ ਜਾਂਦੇ ਨੇ।
ਪਹਿਲਾ ਜਿਹੜਾ ਉਹਨੇ ਝਾੜੂ ਫੜਿਆ ਤੇ ਉਹ ਅੱਗੋਂ ਹਟਾਈ ਜਾਂਦਾ, ਸਾਫ਼ ਕਰ ਦਿੰਦਾ, ਕੋਈ ਕੀੜਾ ਮਕੌੜਾ ਹੇਠਾਂ ਆ ਕੇ ਨਾ ਮਰ ਜਾਏ ਜੀ। ਔਰ ਜੈਨੀ ਵੀ ਇਸ ਤਰ੍ਹਾਂ ਕਰਦੇ ਨੇ। ਜੈਨੀ ਵੀ ਜਿਹੜਾ ਹੈ ਲਾਈਨ 'ਚ ਹੀ ਤੁਰਦੇ ਨੇ। ਜੇ 5-7 ਜੈਨੀ ਜਾ ਰਹੇ ਲਾਈਨ 'ਚ ਤੁਰਨਗੇ, ਅਗਲੇ ਦੇ ਹੱਥ ਦੇ ਵਿੱਚ ਝਾੜੂ ਹੁੰਦਾ, ਉਹ ਅੱਗੋਂ ਫੇਰੀ ਜਾਂਦਾ, ਕੋਈ ਕੀੜਾ ਮਕੌੜਾ ਰਾਹ 'ਚ ਪਰਾਂ ਕਰ ਦਿਓ, ਸਾਡੇ ਪੈਰਾਂ ਹੇਠਾਂ ਕੇ ਨਾ ਮਰ ਜਾਏ। ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖਦੇ ਨੇ ਕਿ ਮੂੰਹ 'ਚ ਕੋਈ ਕੀੜਾ ਮਕੌੜਾ ਨਾ ਚਲੇ ਜਾਏ, ਆਤਮ ਜਿਹੜਾ ਹੈ ਕਿਸੇ ਦੀ ਹੱਤਿਆ ਨਾ ਹੋ ਜਾਏ। ਨਾ ਹੋਏ ਜੋਗੀ ਨਾ ਹੋਏ ਜੰਗਮ। ਜੰਗਮ ਜਿਹੜੇ ਸ਼ਿਵ ਜੀ ਨੂੰ ਪੂਜਦੇ ਨੇ, ਸ਼ਿਵ ਜੀ ਦੇ ਪੁਜਾਰੀਆਂ ਨੂੰ, ਸ਼ਿਵ ਜੀ ਦੇ ਸੇਵਕਾਂ ਨੂੰ ਜੰਗਮ ਕਹਿੰਦੇ। ਤੂੰ ਦੇਖਿਆ ਨਾ, ਇਹਨਾਂ ਸਿਰ 'ਤੇ ਇਹਨਾਂ ਨੇ ਮੋਰ ਖੰਭ 'ਚ ਟੰਗਿਆ ਹੁੰਦਾ, ਹੱਥ 'ਚ ਟੱਲੀ 'ਚ ਫੜੀ ਹੁੰਦੇ, ਵਜਾ ਰਹੇ ਹੁੰਦੇ ਨੇ। ਸ਼ਿਵ ਜੀ ਮਹਾਰਾਜ ਜਿਹੜਾ ਸੀ, ਆਹ ਤਰਖਾਣਾ ਜਿਹੜਾ ਗੁਰੂ ਹੋਇਆ ਵਿਸ਼ਵਕਰਮਾ ਜਾਂ ਵਿਸ਼ਵਕਰਮਾ। ਵਿਸ਼ ਮੈਨੇ ਵੀ ਵਿਸ਼ਵ ਹੁੰਦਾ। ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਵਿਸ਼ਵ ਤੋਂ ਛੋਟਾ ਵਿਸ਼ ਬਣਾਇਆ ਹੋਇਆ। ਵਿਸ਼ਵਕਰਮਾ ਜਾਂ ਵਿਸ਼ਵਕਰਮਾ ਇੱਕੋ ਹੀ ਗੱਲ। ਸ਼ਿਵ ਜੀ ਕਹੀ ਗਿਆ ਵਿਸ਼ਵਕਰਮਾ ਮੇਰੀ ਲੰਕਾ ਬਣਾ ਦੇ। ਸ਼ਿਵ ਬ੍ਰਹਮਾ ਨੇ ਜਿਹੜਾ ਹੈ ਨਾ, ਜਿਹੜਾ ਹੈ ਲੰਕਾ ਦਾ ਕਿਹੜਾ ਰਾਜਾ ਹੋਇਆ? ਰਾਵਣ। ਰਾਵਣ ਨੇ ਸ਼ਿਵ ਜੀ ਦੀ ਬੜੀ ਤਪੱਸਿਆ ਕੀਤੀ। ਸ਼ਿਵ ਜੀ ਨੇ ਖੁਸ਼ ਹੋ ਕੇ ਸਾਰੀ ਲੰਕਾ ਹੀ ਰਾਵਣ ਨੂੰ ਦੇਤੀ ਸੀ। ਸ਼ਿਵ ਜੀ ਕਹਿੰਦਾ ਉਹਨੂੰ ਵਿਸ਼ਵਕਰਮਾ ਵੀ ਮੇਰੀ ਲੰਕਾ ਬਣਾ ਦੇ। ਅੱਜ ਬਣਾਉਣਾ, ਕੱਲ੍ਹ ਬਣਾਉਣਾ। ਅੱਜ 2-2.5 ਸਾਲ ਲੰਘਾਤੇ। ਜਦੋਂ ਲੱਗਿਆ ਬਣਾਉਣ, 2.5 ਦਿਨਾਂ 'ਚ ਬਣਾਤੀ ਸਾਰੀ। ਉਹ ਕਹਿੰਦਾ ਵਿਸ਼ਵਕਰਮਾ 2.5 ਦਿਨ ਦੇ ਕੰਮ ਤੂੰ 2.5 ਸਾਲ ਲਾਰੇ ਲਾਉਂਦਾ ਰਿਹਾ। ਜਾ ਉਹ ਵਿਸ਼ਵਕਰਮਾ ਜਾ, ਤੈਨੂੰ ਮੰਨਣ ਵਾਲੇ ਲੋਕਾਂ ਨੂੰ ਲਾਰੇ ਹੀ ਲਾਉਂਦੇ ਰਹਿਣਗੇ। ਉਹ ਦੂਜਾ ਵੀ ਪੂਰਾ ਸੀ, ਕਹਿੰਦਾ ਚੱਲ ਸ਼ਿਵ ਜੀ, ਤੈਨੂੰ ਮੰਨਣ ਵਾਲੇ ਨਾ ਟੱਲੀਆਂ ਵਜਾਉਂਦੇ ਰਹਿਣਗੇ। ਉਦੋਂ ਦੇ ਨਾਲ ਸਰਾਪ ਮਿਲੇ ਹੋਏ ਨੇ। ਜਿੰਨੇ ਵੀ ਮਕੈਨਿਕ, ਮਿਸਤਰੀ, ਕਾਰੀਗਰ ਨੇ ਤੁਹਾਨੂੰ ਲਾਰੇ ਲਾਈ ਜਾਣਗੇ। ਆਇਆ ਜੀ ਬਸ ਪਹੁੰਚੋ ਜੀ ਤੁਸੀਂ। ਸਾਡਾ ਬਿਜਲੀ ਵਾਲਾ ਮੈਨੂੰ ਕਹਿੰਦਾ, ਮੈਂ ਯਾਰ ਛੇਤੀ ਆ, ਖਰਾਬ। ਕਹਿੰਦਾ ਰਾਹ 'ਚ ਹੀ ਆ ਜੀ, ਆ ਝਿੱਲ ਧੋਣਾ ਸੀ। 2.5 ਦਿਨਾਂ ਬਾਅਦ ਆਇਆ। ਕਹਿੰਦਾ ਮੈਂ ਰਾਹ 'ਚ ਹੀ। ਆਹ ਹਾਲ ਹੈ ਇਹਨਾਂ ਦਾ। ਸਰਾਪ ਦੋਨਾਂ ਨੂੰ ਮਿਲੇ ਹਨ। ਚਲੋ, ਨਾ ਹੋਏ ਜੋਗੀ ਨਾ ਹੋਏ ਜੰਗਮ। ਕਹਿੰਦੇ ਇਹ ਲੋਕ ਨਾ ਤਾਂ ਜੋਗੀ ਨੇ ਤੇ ਨਾ ਕੋਈ ਸ਼ਿਵ ਜੀ ਦੇ ਪੁਜਾਰੀ ਨੇ। ਨਾ ਹੋਏ ਕਾਜ਼ੀ ਮੁੱਲਾ, ਨਾ ਇਹ ਕਾਜ਼ੀ ਨੇ ਨਾ ਇਹ ਮੁੱਲਾ ਨੇ। ਦਈ ਭਗੋਏ, ਰੱਬ ਦੇ ਖੁਆਰ ਕੀਤੇ ਹੋਏ ਫਿਰੇ ਭਗੁੱਤੇ। ਇਹ ਖੁਆਰਾਂ ਦੀ ਤਰ੍ਹਾਂ ਫਿਰਦੇ। ਕਹਿੰਦਾ ਰੱਬ ਨੇ ਇਹਨਾਂ ਨੂੰ ਜਿਹੜਾ ਖੁਆਰ ਕੀਤਾ ਹੋਇਆ ਹੈ। ਫਿੱਟਾ ਬੱਤਾ ਗੱਲਾ, ਗੱਲਾ ਮਨੇ ਟੋਲਾ। ਇਹ ਸਾਰਾ ਗਰੁੱਪ ਦਾ ਗਰੁੱਪ ਹੀ ਫਿੱਟਾ ਹੈ, ਫਿਟਕਾਰ ਯੋਗ ਹੈ। ਇਹ ਰੱਬ ਦੇ ਖੁਆਰ ਕੀਤੇ ਹੋਏ ਲੋਕ ਹਨ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਬਾਕੀ ਵਿਚਾਰਾ ਕੱਲ੍ਹ ਨੂੰ ਆਪਾਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।